हिंदू आगुओं ਨੂੰ ਬੜੀ ਤਕਲੀਫ ਰਹਿੰਦੀ ਹੈ ਅੰਮ੍ਰਿਤਪਾਲ ਹੋਰਾਂ ਤੋਂ ਕੀ ਕਰਦਾ ਜੇ ਉਹ ਬੰਦੀ ਸਿੱਖ ਕਿਸੇ ਪਿੰਡ ਦੇ ਕਤਲ 'ਚ ਫਸ ਗਏ ਜੀ ਕਿਸੇ ਲੜਾਈ ਝਗੜੇ 'ਚ ਅਚਾਨਕ ਬੰਦਾ ਮਰ ਗਿਆ ਕਿਸੇ ਹੋਰ ਕੇਸ ਫਸ ਗਏ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਜੀ ਉਹ ਅਗਰ ਨਹੀਂ ਬਾਹਰ ਆ ਰਹੇ ਉਹ ਮੈਨੂੰ ਦੱਸੋ ਤੁਸੀਂ ਬੰਦੀ ਸਿੰਘਾਂ ਦੇ ਹੱਕ ਚ ਲੇਕਿਨ ਉਹਨ ਬੰਦੀ ਸਿੰਘਾਂ ਦੇ ਨਹੀਂ ਜਿਹੜੇ ਅੱਤਵਾਦੀ ਨੇ ਕਿਹਨਾਂ ਨੂੰ ਅੱਤਵਾਦੀ ਮੰਨਦੇ जगतार सिंह हमारा ਤੁਸੀਂ ਰਾਮ ਰਹੀਮ ਨੂੰ ਭਗਵਾਨ ਮੰਨਦੇ मैं उसके कामों को भगवान की तरह ही मानता हूँ। ਅੱਜ ਹੀ ਤੁਹਾਡੇ ਜਦੋਂ ਤੁਸੀਂ ਮੰਗ ਪੱਤਰ ਦੇਣ ਗਏ ਸੀਗੇ ਜੋ ਖਬਰ ਮਿਲੀ ਹੈ ਤੁਹਾਡੇ ਦਫ਼ਤਰ ਤੇ ਹਮਲਾ ਹੋਇਆ ਡਰ ਨਹੀਂ ਆਉਂਦਾ ਕਦੀ ਮਨ ਚ ਵੀ परिवार भी है घर परिवार है बच्चे हैं भी जे कल ਨੂੰ कोई अनहोनी वापर की मैं 15 दिन से लिख रहा हूँ जी चिट्ठियाँ लिख रहा हूँ अफसर को चिट्ठियाँ लिख रहा हूँ सरकार को चिट्ठियाँ लिख रहा हूँ कि मैंने अखबारों में दिया कि मुझे मारेंगे मेरी रेकी हो रही है अतवादी बली चढ़ जा कोई गल नहीं जी अतवादी मैनू छाती ते गोली मार देन कोई गल नहीं जी कोई लाल नहीं अतवादी मैनू बम तो उड़ा दे कोई मलाल नहीं लेकिन मैनू सरकार या एडमिनिस्ट्रेशन की गलती नाल मैं मौत दा नवाला ना बना जितने भी हिंदुस्तान धर्म प्रचारक ने किहड़े गन कल्चर प्रमोट कर रहे हैं ਕਿਹੜਾ ਧਰਮ ਕਹਿੰਦਾ ਹੈ ਵੀ ਤੁਸੀਂ ਗਨਾਂ ਲੈ ਕੇ ਪ੍ਰਚਾਰ ਕਰੋ ਉਹ ਕਹਿੰਦੇ ਸਾਡੇ ਕੋਲ ਸਾਰੇ ਲਾਇਸੈਂਸਡ ਵੈਪਨ ਨੇ आई नो इट क्यों वायलेशन तो कर ही नहीं सकता वो अंदर जाएगा लेकिन धर्म का प्रचार या अमृत छकाने की गल करते हो ਉਹਦੇ ਵਿੱਚ ਹਥਿਆਰਾਂ ਦੀ ਕੀ ਲੋੜ ਹੈ ਉਹਨੂੰ ਕਿਸ ਤੋਂ ਖਤਰਾ ਹੈ ਜੀ ਉਹ ਆਪਣੀ ਸੁਰੱਖਿਆ ਲਈ ਨਾਲ ਲੈ ਕੇ ਚੱਲਦੇ ਖਤਰਾ ਕਿਸ ਤੋਂ ਹੈ कौन मारेगा ਉਹਨੂੰ मैं तो सुनिया नहीं किसी बई ਜਿਹੜਾ ਧਰਮ ਦਾ ਪ੍ਰਚਾਰ ਕਰ ਰਿਹਾ ਅਮ੍ਰਿਤ ਛਕਾਰਿਆਂ ਨੂੰ ਕੋਈ ਮਾਰ ਦੇਗਾ ਉਹਦੀ ਕਰਤੂਤਾਂ ਨੇ ਉਹ ਪਾਕਿਸਤਾਨ ਦੇ ਇਸ਼ਾਰੇ ਤੇ ਅੱਤਵਾਦ ਲੈਣਾ ਚਾਹੁੰਦਾ ਹੈ ਕਿ ਇਹ ਜਿੰਨੇ ਵੀ ਹੇਟ ਸਪੀਚ ਦਿੰਦਾ ਜੀ ਕਿ ਹਕੂਮਤ ਸਾਨੂੰ ਮਜਬੂਰ ਨਾ ਕਰੇ ਕਿਹੜੀ ਹੇਟ ਸਪੀਚ ਹੈ ਤੁਹਾਡੇ ਧਿਆਨ ਚ ਹਕੂਮਤ ਸਾਨੂੰ ਮਜਬੂਰ ਨਾ ਕਰੇ राम रहीम ਨੂੰ ਪੈਰੋਲ ਦੇ ਕੇ ਨਹੀਂ ਸਾਨੂੰ ਹਥਿਆਰ ਥਾਣੇ ਪੜ ਜਾਣਗੇ ਸਾਨੂੰ ਆਪਣੇ ਆਪ ਫੈਸਲੇ ਲੈਣ ਬਣ ਕਿ ਹੂ ਜੀ he is head of the constitution he is a chief minister he is a cabinet minister he is home minister he is the judge of high court he is the judge of supreme court he is so called दुबई का एक ड्राइवर जिस तरह DIG मारिया दरबार साहब ਚ ਪਿੰਡ ਵਾਲੇ ਤੇ ਉਹਨੂੰ ਡੈਡ ਬੋਡੀ ਨੂੰ ਉਠਾਉਣ ਵਾਸਤੇ ਹਿੰਮਤ ਨਹੀਂ ਪੜੀ ਕਿਸੇ ਦੀ ਇਹ ਕੀ ਸੀ ਇਹ ਦਹਿਸ਼ਤ ਸੀ ਜੀ ਸਾਡੇ ਬਣ ਗਈ ਲੇਕਿਨ ਉਸ ਜਰਨੈਲ ਸਿੰਘ ਭਿੰਡਰਾਂ ਵਾਲਾ ਸਿੱਖ ਨਹੀਂ ਸੀ ਉਹ ਦਹਿਸ਼ਤਗਰਦ ਸੀ ਇੱਕ ਸਿੱਖ ਕੌਮ ਨੂੰ ਬਦਨਾਮ ਕਰਨੇ ਵਾਲਾ ਇੱਕ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨੇ ਵਾਲਾ ਬੰਦਾ ਮੰਨਦਾ ਤੇ ਹਿੰਦੂ ਸਿੱਖਾਂ ਚ ਪਾੜ ਪਾਣੇ ਵਾਲਾ ਇੱਕ ਐਸਾ ਬੀਜ ਪੈਦਾ ਹੋਇਆ ਪੰਜਾਬ ਚ ਜਿਨੇ ਪੰਜਾਬ ਨੂੰ ਖਾਲਿਸਤਾਨ ਬਣਾਉਣੇ ਦੀ ਕੋਸ਼ਿਸ਼ ਕੀਤੀ ਫਿਰ ਵਿਰੇਸ਼ਾਂ ਡੱਲਿਆਂ ਨੂੰ ਅੰਮ੍ਰਿਤਪਾਲ ਤੋਂ ਪ੍ਰੋਬਲਮ ਕਿੱਥੇ ਹੈ ਕਿਹੜਾ ਇਹੋ ਜਿਹਾ ਟੌਪਿਕ ਹੈ ਜਿੱਥੇ ਤੁਹਾਡੀ ਟਿਊਨਿੰਗ ਨਹੀਂ ਬੈਠਦੀ ਪੂਰੇ ਹਿੰਦੁਸਤਾਨ ਦਾ ਮਾਹੌਲ ਖਰਾਬ ਹੋ ਰਿਹਾ ਮਾਹੌਲ ਖਰਾਬ ਨੂੰ ਮੰਨਦੇ ਕਿਉਂ ਤੁਹਾਡੇ ਸ਼ਬਦਾਂ 'ਚ ਡੈਫੀਨੇਸ਼ਨ ਕੀ ਹੈ ਮਾਹੌਲ ਖਰਾਬ ਤੁਸੀਂ ਧਰਮਸ਼ਾਲਾ 'ਚ ਲਿਖਤਾ ਖਾਲਿਸਤਾਨ ਜਿੰਦਾਬਾਦ ਲਿਖਣ ਨਾਲ ਕਿਹੜਾ ਖਾਲਿਸਤਾਨ ਬਣ ਗਿਆ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ ਇੱਕ ਪਾਸੇ ਭਾਈ ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਖਿਲਾਫ ਮੰਗ ਪੱਤਰ ਲੈ ਕੇ ਇੱਕ ਹਿੰਦੂ ਆਗੂ ਗਵਰਨਰ ਪੰਜਾਬ ਨੂੰ ਮਿਲਣ ਜਾਂਦੇ ਨੇ ਦੂਜੇ ਪਾਸੇ ਅੰਬਾਲਾ ਵਿਖੇ ਉਹਨਾਂ ਦੇ ਆਪਣੇ ਦਫ਼ਤਰ ਤੇ ਹੀ ਹਮਲਾ ਹੋ ਜਾਂਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਵਿਰੇਸ਼ ਸ਼ਾਂਡੇਲਿਆ ਦੀ ਜੋ ਕਿ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਨੇ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ शांडिल्य साहब सब तो पहला स्काई न्यूज़ से ਤੁਹਾਡਾ स्वागत थैंक यू कोमल जी स्काई न्यूज़ के सभी दर्शकों को मेरा नमस्कार जी ਸ਼ਾਂਡਿਲ ਸਾਹਿਬ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਜਿਹੜਾ ਮੰਗ ਪੱਤਰ ਅੱਜ ਤੁਹਾਡੇ ਵੱਲੋਂ ਗਵਰਨਰ ਪੰਜਾਬ ਨੂੰ ਦਿੱਤਾ ਗਿਆ ਜਿਹਦੇ ਵਿੱਚ ਬੰਦੀ ਸਿੰਘਾਂ ਤੇ ਅੰਮ੍ਰਿਤਪਾਲ ਖਿਲਾਫ ਤੁਹਾਡੇ ਵੱਲੋਂ ਮੰਗਾਂ ਚੁੱਕੀਆਂ ਗਈਆਂ ਨੇ ਉਹ ਮੰਗ ਪੱਤਰ 'ਚ ਹੈ ਕੀ ਅਸਲ देखिए एंटी टेररिस्ट फ्रंट इंडिया जी कोमल सिंगला जी पिछले 26 साल से आतंकवाद के खिलाफ लड़ रहा जी और मेरा संगठन एक ऐसा संगठन है जो ज़मीनी लड़ाई से लेके अदालती लड़ाई लड़ रहा है जी आतंकवादियों के खिलाफ हार्डकोर टेररिस्टों के खिलाफ और मेरा आतंकवादी संगठन जो है एक ऐसा संगठन है पहली बार कोई आतंकवाद के खिलाफ रथ यात्रा गई दिल्ली से जम्मू कश्मीर तक जी 2002 में जी आज से 21 साल पहले तो वो मैं लेके गया था जी बिल्कुल तो आज जो पंजाब की स्थिति है हमने सरदार बेन सिंह का समय देखा जिस तरह पंजाब में अमन शांति ख़त्म हो गई थी जी 80 में निरंकारी को मारना 81 में लाला जगत नैन की हत्या जी तो पंजाब की सड़कें निर्दोष लोगों के खून से लाल हो चुकी थी जी
तो ऐसे में एक सरदार बेन सिंह मसीहा बन के आया, पंजाब की अमन शांति को बहाल किया और अपनी शहादत दी। जी। तो उस पंजाब में मुड़ अतवाद ना आवे जी, उस पंजाब ਨੂੰ ਕੋਈ ਬੁਰੀ ਨਜ਼ਰ ਨਾ ਲੱਗੇ जी, ਇਸ ਲਈ ਸਾਡਾ ਐਂਟੀ ਟੈਰਰਿਸਟ ਫਰੰਟ ਇੰਡੀਆ ਪੰਜਾਬ ਦੀ ਪੀਸ ਲਈ ਕੰਮ ਕਰਦਾ ਰਹਿੰਦਾ ਹੈ। जी, ਮੇਰਾ ਪੰਜਾਬ 'ਚ ਵੀ ਆਫਿਸ ਹੈ ਜ਼ੀਰਕਪੁਰ। जी, ਤੇ ਦੂਜੀ ਗੱਲ ਬੜੀ ਇੰਪੋਰਟੈਂਟ ਇਹ ਹੈ ਕਿ ਪੰਜਾਬ ਇੱਕ ਐਸਾ ਸੂਬਾ ਹੈ जी, ਜੋ ਸਾਰੇ ਦੇਸ਼ ਨੂੰ ਅੰਨ ਦਿੰਦਾ ਹੈ। ਤੇ ਪੰਜਾਬ 'ਚ ਕੋਈ ਅਗਰ ਪੀਸ ਨਾ ਰਵੇ, ਮਾਹੌਲ ਖਰਾਬ ਹੋ ਜੇ, ਮੁੜ ਅੱਤਵਾਦ ਆ ਜੇ, जी, ਅੰਮ੍ਰਿਤਪਾਲ ਵਰਗੇ ਜਰਨੈਲ ਸਿੰਘ ਭਿੰਡਰਾਂਵਾਲਾ ਬਣ ਕੇ ਉਹਦੀ ਨਕਲ ਕਰਕੇ ਉਸ ਤੋਂ ਬੜਾ ਬਣ ਕੇ जी, ਫਿਰ ਮੁੜ ਗੁਰਦੁਆਰਾਂ ਦੀ ਸ਼ਰਨ ਲੈ ਕੇ ਅੱਤਵਾਦ ਨੂੰ ਪ੍ਰਮੋਟ ਕਰਨਾ, ਅੱਤਵਾਦ ਨੂੰ ਤਿਆਰ ਕਰਨਾ, ਇਹ ਸਾਜ਼ਤਾਂ ਨੂੰ ਨਾਕਾਮ ਕਰਨ ਲਈ ਮੇਰਾ ਐਂਟੀ ਟੈਰਰਿਸਟ ਫਰੰਟ ਇੰਡੀਆ ਪੰਜਾਬ 'ਚ ਹੁਣ ਇਨ ਦਿਨਾਂ ਐਕਟਿਵ ਹੈਗਾ। जी, ਤੇ ਮੈਂ ਅੱਜ ਮਹਾਮਹਿਮ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਇੱਕ ਜੀ। ਡੈਲੀਗੇਸ਼ਨ ਨਾਲ ਮਿਲਿਆ ਸੀਗਾ। ਉਹਨਾਂ ਨੂੰ ਅਸੀਂ ਇੱਕ ਮੈਮੋਰੈਂਡਮ ਦਿੱਤਾ। ਉਸ ਮੈਮੋਰੈਂਡਮ 'ਚ ਅਸੀਂ ਮੰਗ ਕੀਤੀ ਕਿ ਜਿਹੜਾ ਅੰਮ੍ਰਿਤਪਾਲ ਹੈ, ਤੁਸੀਂ ਉਹਨੂੰ ਭਾਈ ਕਹਿ ਰਹੇ ਹੋ, ਭਾਈ ਨਹੀਂ ਹੈ ਉਹ, जी, ਉਹ ਤੋਂ ਪੰਜਾਬ ਨੂੰ ਲਾਂਬੂ ਲਾਣਾ ਹੈ, ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਣਾ ਹੈ। जी, ਤੇ ਉਹਨਾਂ ਨੂੰ ਤੁਸੀਂ ਭਾਈ ਕਹਿ ਕੇ ਭਾਈ ਸ਼ਬਦ ਦਾ ਅਪਮਾਨ ਨਾ ਕਰੋ। ਕਿ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਉਰੇ ਟੋਕਣਾ ਚਾਹੂੰਗਾ ਜੀ। ਕਿ ਪੰਜਾਬ ਦੇ ਵਿੱਚ ਅੰਮ੍ਰਿਤ ਛਕਾਉਣ ਨੂੰ ਲਾਂਬੂ ਲਾਣਾ ਕਹਿੰਦੇ ਆ। ਨਹੀਂ ਨਹੀਂ, ਦੇਖੋ ਜੀ, ਪੰਜਾਬ 'ਚ ਜੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਛਕਾ ਰਿਹਾ ਹੈ, ਜੀ। ਧਰਮ ਦਾ ਪ੍ਰਚਾਰ ਕਰ ਰਿਹਾ ਹੈ, ਅਸੀਂ ਉਹਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜੀ, ਕਿਉਂਕਿ ਹਿੰਦੂ ਸਿੱਖ ਭਾਈਚਾਰਾ ਅੱਡ ਨਹੀਂ ਹੈ। ਜੀ, ਹਿੰਦੂ ਸਿੱਖ ਭਾਈਚਾਰਾ ਇੱਕ ਸਿੱਕੇ ਦੇ ਦੋ ਪਹਿਲੂ ਨੇ। ਜੀ, 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ 5 ਪਿਆਰੇ ਜਿਹੜੇ ਸਜਾਏ, ਜੀ, ਉਹ ਅਲੱਗ-ਅਲੱਗ ਸਟੇਟਾਂ ਤੋਂ ਤੇ ਸਾਰੇ ਹਿੰਦੂ ਸੀਗੇ। ਜੀ, ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤੋਂ ਸਿੱਖ ਉਹ ਬਣੇ 5 ਪਿਆਰੇ। ਜੀ। ਉਹ ਮਜ਼ਲੂਮਾਂ ਦੀ ਰੱਖਿਆ ਲਈ ਬਣੇ ਸੀ। ਅੱਜ ਵੀ ਤੁਸੀਂ ਦੇਖਦੇ ਹੋਣੇ ਜਦੋਂ ਨਗਰ ਕੀਰਤਨ ਜਾਂਦਾ ਹੈ, ਅੱਗੇ ਉਹ 5 ਪਿਆਰੇ ਚੱਲਦੇ ਨੇ, ਜੀ। ਅਗਵਾਈ ਕਰਦੇ ਨੇ। ਤੇ ਇਹ ਭਾਈ ਅੰਮ੍ਰਿਤਪਾਲ ਜਿਹੜਾ ਤੁਸੀਂ ਇਹ ਭਾਈ ਕਹਿ ਰਹੇ ਹੋ ਜਿਹਨੂੰ, ਜੀ। ਇਹ ਧਰਮ ਦੀ ਆੜ ਤੇ ਜੀ, ਜਦੋਂ ਜਰਨੈਲ ਸਿੰਘ ਭਿੰਡਰਾਂਵਾਲਾ ਅਕਾਲ ਤਖਤ ਦਾ ਕਬਜ਼ਾ ਕਰਕੇ ਦਰਬਾਰ ਸਾਹਿਬ ਦੇ ਵਿੱਚ ਸ਼ਰਨ ਲੈ ਕੇ ਜੀ। ਉਹਦੀ ਪਵਿੱਤਰਤਾ ਭੰਗ ਕਰਕੇ ਭਾਰਤੀ ਸੈਨਾ ਦਾ ਮੁਕਾਬਲਾ ਕਰਦਾ ਹੈ, ਸਾਡੀ ਭਾਰਤੀ ਸੈਨਾ ਦੇ 19 ਜਵਾਨਾਂ ਨੂੰ ਸ਼ਹੀਦ ਕਰ ਦਿੰਦਾ ਹੈ। ਜੀ। ਤੇ ਤੁਸੀਂ ਮੈਨੂੰ ਹਿਸਟਰੀ ਉਠਾ ਲਓ, ਦੱਸੋ ਗੁਰੂਆਂ ਦੀ। 9ਵੇਂ ਗੁਰੂ ਨੇ ਮੇਰੇ ਤਿਲਕ ਦੇ ਲਈ, ਮੇਰੇ ਜਨੇਊ ਦੇ ਲਈ ਆਪਣਾ ਸ਼ੀਸ਼ ਦਿੱਤਾ, ਗੁਰੂ ਤੇਗ ਬਹਾਦਰ ਨੇ। ਜੀ। 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਭ ਕੁਝ ਵਾਰਿਆ ਸੀ ਨਹੀਂ ਕੀਤੀ। 2 ਬੱਚਿਆਂ ਨੇ ਸਰਹੰਦ ਦੀ ਦੀਵਾਰਾਂ ਵਿੱਚ ਤੇ 2 ਨੇ ਚਮਕੌਰ ਦੀ ਧਰਤੀ ਤੇ। ਜੀ। ਤੇ ਮੈਂ ਦੱਸਣਾ, ਉਹਨਾਂ ਨੇ ਕਿਸੇ ਗੁਰਦੁਆਰੇ ਦੀ ਸ਼ਰਨ ਲਿੱਤੀ, ਢਾਲ ਬਣਾਇਆ ਕਿਸੇ ਗੁਰਦੁਆਰੇ ਨੂੰ। ਜੀ। ਜਰਨੈਲ ਸਿੰਘ ਭਿੰਡਰਾਂਵਾਲੇ ਨੇ ਬਣਾਇਆ, ਹਿੰਦੂ ਸਿੱਖ ਪਾੜ ਪਾਇਆ 84 'ਚ। ਜੀ। ਤੇ ਮੈਂ ਉਹਨੂੰ ਭਾਈ ਨਹੀਂ ਮੰਨਦਾ। ਤੁਹਾਡੇ ਤੋਂ ਵੀ ਮੇਰੀ ਬੇਨਤੀ ਹੈ, ਐਸੇ ਬੰਦੇ ਭਾਈ ਦੇ ਕਾਬਿਲ ਨਹੀਂ ਜਿਹੜੇ ਤੁਸੀਂ। ਮੈਂ ਤੁਹਾਡੇ ਸਕਾਈ ਨਿਊਜ਼ ਤੋਂ ਜਾਣਨਾ ਚਾਹੁੰਦਾ ਵੀ ਕਿਹੜਾ ਧਰਮ ਪ੍ਰਚਾਰ, ਜਿਤਨੇ ਵੀ ਹਿੰਦੁਸਤਾਨ 'ਚ ਧਰਮ ਪ੍ਰਚਾਰਕ ਨੇ, ਜੀ। ਕਿਹੜੇ ਗਨ ਕਲਚਰ ਪ੍ਰਮੋਟ ਕਰ ਰਹੇ ਨੇ? ਕਿਹੜਾ ਧਰਮ ਕਹਿੰਦਾ ਹੈ ਵੀ ਤੁਸੀਂ ਗਨਾਂ ਲੈ ਕੇ ਪ੍ਰਚਾਰ ਕਰੋ? ਉਹ ਕਹਿੰਦੇ ਸਾਡੇ ਕੋਲ ਸਾਰੇ ਲਾਇਸੈਂਸਡ ਵੈਪਨ ਨੇ। आई नो इट, वायलेशन तो कर ही नहीं सकता, वो अंदर जाएगा। लेकिन ਧਰਮ ਦਾ ਪ੍ਰਚਾਰ ਜਾਂ ਅੰਮ੍ਰਿਤ ਛਕਾਣੇ ਦੀ ਗੱਲ ਕਰਦੇ ਹੋ, ਜੀ। ਉਹਦੇ ਵਿੱਚ ਹਥਿਆਰਾਂ ਦੀ ਕੀ ਲੋੜ ਹੈ? ਉਹਨੂੰ ਕਿਸ ਤੋਂ ਖਤਰਾ ਹੈ? ਜੀ। ਉਹ ਆਪਣੀ ਸੁਰੱਖਿਆ ਲਈ ਨਾਲ ਲੈ ਕੇ ਚੱਲਦੇ ਨੇ। ਖਤਰਾ ਕਿਸ ਤੋਂ ਹੈ? ਕੌਣ ਮਾਰੇਗਾ ਉਹਨੂੰ? ਮੈਂ ਤਾਂ ਸੁਣਿਆ ਨਹੀਂ ਕਿਸੇ ਬਈ ਜਿਹੜਾ ਧਰਮ ਦਾ ਪ੍ਰਚਾਰ ਕਰ ਰਿਹਾ ਅੰਮ੍ਰਿਤ ਛਕਾਰਿਆਂ ਨੂੰ ਕੋਈ ਮਾਰ ਦੇਗਾ। ਜੀ। ਉਹਦੀ ਕਰਤੂਤਾਂ ਨੇ ਉਹ ਪਾਕਿਸਤਾਨ ਦੇ ਇਸ਼ਾਰੇ ਤੇ ਅੱਤਵਾਦ ਲੈਣਾ ਚਾਹੁੰਦਾ ਹੈ, ਜੀ। ਗਨ ਕਲਚਰ ਪ੍ਰਮੋਟ ਕਰਨਾ ਚਾਹੁੰਦਾ ਹੈ ਤੇ ਪੰਜਾਬ ਦੇ ਯੁਵਾ ਸਿੱਖਾਂ ਨੂੰ ਭੜਕਾ ਕੇ ਜੀ। ਮੁੜ ਪੰਜਾਬ ਦੀ ਸੜਕਾਂ ਖੂਨ ਤੋਂ ਲਾਲ ਕਰਨਾ ਚਾਹੁੰਦਾ ਹੈ। ਉਸੇ ਸਾਜ਼ਿਸ਼ ਨੂੰ ਰੋਕਣ ਲਈ ਅੱਜ ਆਪਾਂ ਐਂਟੀ ਟੈਰਰਿਸਟ ਫਰੰਟ ਵੱਲੋਂ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦਿੱਤਾ। ਜੀ। ਤੇ ਅਸੀਂ ਮੰਗ ਕੀਤੀ ਕਿ ਜਿਤਨੇ ਵੀ ਉਹਦੇ ਨਾਲ ਵੈਪਨ ਧਾਰੀ ਚੱਲ ਰਹੇ ਨੇ, ਜੀ। ਉਹਨਾਂ ਦੀ ਸਾਰਿਆਂ ਦੀ ਗੰਨਾ ਕਬਜ਼ੇ 'ਚ ਲੈ ਕੇ ਲਾਇਸੈਂਸ ਰੱਦ ਕੀਤੇ ਜਾਣ। ਜੀ। ਜੇ ਅੰਮ੍ਰਿਤਪਾਲ ਨੂੰ ਕੋਈ ਖਤਰਾ ਹੈ, ਜੀ। ਉਹ ਪੰਜਾਬ ਦੇ ਡੀਜੀਪੀ ਨੂੰ ਲਿਖ ਕੇ ਦੇਵੇ, ਪੰਜਾਬ ਤੇ ਡੀਜੀਪੀ ਨੂੰ ਸੁਰੱਖਿਆ ਦੇ ਦੇंगे। ਜੀ। ਪੰਜਾਬ ਦੇ ਜਿਤਨੇ ਹਿੰਦੂ ਲੀਡਰ ਨੇ, ਸਿੱਖ ਲੀਡਰ ਨੇ, ਸਭ ਦੇ ਕੋਲ ਸੁਰੱਖਿਆ ਹੈ। ਜੀ। ਕਿਤੇ ਕੋਲ ਨਹੀਂ ਹੈ। ਕੋਈ ਆਪਣਾ ਵੈਪਨ ਲੈ ਕੇ ਨਹੀਂ ਚੱਲ ਰਿਹਾ ਬੰਦਾ। ਜੀ। ਤੇ ਹਰ ਆਦਮੀ ਕੋਲ, ਚਾਹੇ ਢੱਡਰੀਆਂ ਵਾਲਾ ਹੋਵੇ, ਢੱਡਰੀਆਂ ਵਾਲੇ ਕੋਲ ਪੰਜਾਬ ਦੀ ਸੁਰੱਖਿਆ ਹੈ। ਜੀ। ਤੇ ਬਿਆਸਾਂ ਵਾਲੇ ਬਾਬੇ ਕੋਲ ਪੰਜਾਬ ਦੀ ਸੁਰੱਖਿਆ ਹੈ। ਜੀ। ਪੰਜਾਬ ਦੇ ਹਰ ਲੀਡਰ ਕੋਲ ਸੁਰੱਖਿਆ ਹੈ ਜਿਹੜਾ ਭਾਈਚਾਰਾ ਅੱਤਵਾਦ ਦੇ ਖਿਲਾਫ ਲੜ ਰਿਹਾ ਹੈ। ਤੇ ਇਹ ਤੇ ਗਨ ਕਲਚਰ ਨੂੰ ਪ੍ਰਮੋਟ ਕਰਕੇ ਅੱਤਵਾਦ ਲੈਣਾ ਚਾਹੁੰਦਾ ਹੈ। ਤੇ ਸਰਕਾਰ ਜਿਉਂਦੀ ਹੈ, ਜੀ। ਸਟੇਟ ਜਿਉਂਦੀ ਹੈ। ਜੇ ਅੰਮ੍ਰਿਤਪਾਲ ਨੂੰ ਕੋਈ ਥ੍ਰੈਟ ਹੋਏਗਾ, ਜੀ। ਤਾਂ ਭਗਵੰਤ ਮਾਨ ਸਰਕਾਰ ਨੂੰ ਸਿਕਿਉਰਿਟੀ ਦੇ ਦੇਗੀ। ਜੀ। ਤੇ ਦੂਜੀ
ਆਪਾਂ ਮੰਗ ਕੀਤੀ ਮੰਗ ਪੱਤਰ 'ਚ ਕਿ ਇਹ ਜਿਤਨੀ ਵੀ ਹੇਟ ਸਪੀਚ ਦਿੰਦਾ ਹੈ ਜੀ ਕਿ ਹਕੂਮਤ ਸਾਨੂੰ ਮਜਬੂਰ ਨਾ ਕਰੇ, ਕਿਹੜੀ ਹੇਟ ਸਪੀਚ ਹੈ ਤੁਹਾਡੇ ਧਿਆਨ ਚ ਇਹਨਾਂ? ਹਕੂਮਤ ਸਾਨੂੰ ਮਜਬੂਰ ਨਾ ਕਰੇ, ਰਾਮ ਰਹੀਮ ਨੂੰ ਪੈਰੋਲ ਦੇ ਕੇ ਨਹੀਂ ਸਾਨੂੰ ਹਥਿਆਰ ਠਾਣੇ ਪੜ ਜਾਣਗੇ, ਸਾਨੂੰ ਆਪਣੇ ਆਪ ਫੈਸਲੇ ਲੈਣ ਬਣੇ ਕਿ ਹੂ ਇਜ਼ ਜੀ ਹੂ ਇਜ਼ ਹੀ ਇਜ਼ ਹੈਡ ਆਫ ਦਾ ਕਨਸਟੀਟਿਊਸ਼ਨ, No. ਹੀ ਇਜ਼ ਅ ਚੀਫ ਮਿਨਿਸटर, ही इज अ कैबिनेट मिनिस्टर, ही इज होम मिनिस्टर, ही इज जज ऑफ हाई कोर्ट, ही इज जज ऑफ सुप्रीम कोर्ट, जी ही इज सो कॉल्ड दुबई का एक ड्राइवर यहाँ आता है ओवरनाइट, पगड़ी बांधता है और धर्म का प्रचार, यहाँ तो फ्रीडम है। जी मैं सवेरे, आज मैंने दाढ़ी रखी हुई है, हमारे फ्रीडम है, मैं सवेरे केश बढ़ा लूँ, पगड़ी तार लूँ, अमृत छक लूँ, मैंने मान्यता है वहाँ, लेकिन इदा पिछोकड़ की है, जी ਇਹ ਕੌਣ ਹੈ? ਕਿ ਵਿਦੇਸ਼ ਸ਼ਾਂਡੇਲੇ ਨੂੰ ਅੰਮ੍ਰਿਤਪਾਲ ਹੋਰਾਂ ਦਾ ਪਿਛੋਕੜ ਪਤਾ ਹੈ? ਦੁਬਈ 'ਚ ਡਰਾਈਵਰ ਸੀ, ਜੀ ਡਰਾਈਵਰ ਸੀ, ਕੋਈ ਇਸਦੀ ਹਿਸਟਰੀ ਨਹੀਂ। ਜਿਹੜਾ ਦੁਬਈ 'ਚ ਰਹਿ ਕੇ ਇੱਕ ਡਰਾਈਵਰ ਕਰਦਾ ਸੀ, ਅੱਜ ਰਾਤੋਂ ਰਾਤ ਆ ਕੇ ਅੰਮ੍ਰਿਤਸਰ 'ਚ ਭਾਈ ਬਣ ਗਿਆ, ਧਰਮ ਦਾ ਠੇਕੇਦਾਰ ਬਣ ਗਿਆ। ਕਿਉਂਕਿ ਸਾਡੀ ਜਨਤਾ ਬੜੀ ਭੋਲੀ ਹੈ ਜੀ, ਧਰਮ ਦੇ ਪਿੱਛੇ ਜਲਦੀ ਲੱਗਦੀ ਹੈ, ਇਹ ਮਾੜੀ ਗੱਲ ਨਹੀਂ ਜੀ ਪਰ ਧਰਮ ਦਾ ਪ੍ਰਚਾਰ ਕਰਨ ਲਈ ਕਿਧਰੇ ਹਥਿਆਰ ਦੀ ਜ਼ਰੂਰਤ ਨਹੀਂ। ਜੀ ਸ਼ਾਂਡੇਲੇ ਸਾਹਿਬ, ਹਿੰਦੂ ਆਗੂਆਂ ਨੂੰ ਬੜੀ ਤਕਲੀਫ ਰਹਿੰਦੀ ਹੈ ਅੰਮ੍ਰਿਤਪਾਲ ਹੋਰਾਂ ਤੋਂ, ਕੀ ਕਾਰਨ? ਦੇਖੋ ਜੀ, ਇਸ ਗੱਲ ਤੋਂ ਮੈਂ ਸਹਿਮਤ ਨਹੀਂ ਹਾਂ। ਮੈਂ ਸਰਦਾਰ ਬੇਅੰਤ ਸਿੰਘ ਦੀ ਗੱਲ ਕਰਦਾ ਜੀ, ਉਹ ਗੁਰੂ ਦੇ ਸਿੱਖ ਨਹੀਂ ਸੀਗੇ, ਜੀ ਸੀਗੇ। ਉਹਨਾਂ ਨੂੰ ਸੈਕਟਰੀਏਟ ਮਾਰਨਾ ਇਹ ਕਿਹੜੇ ਕਾਨੂੰਨ 'ਚ, ਕਿਹੜੇ ਗੁਰੂ ਨੇ ਲਿਖਿਆ, ਕਿਹੜੇ ਧਰਮ 'ਚ ਲਿਖਿਆ? ਜੀ ਵਾਇਲੈਂਸ ਤਾਂ ਕਿਤੇ ਵੀ ਨਹੀਂ ਲਿਖੀ। ਠੀਕ ਹੀ ਨਹੀਂ ਲਿਖੀ। ਜੀ ਔਰ ਜੀਣੇ ਦੋ। ਜੇ ਉਹਨਾਂ ਨੂੰ ਲੱਗਦਾ ਸੀਗਾ ਵੀ ਸਰਦਾਰ ਬੇਅੰਤ ਸਿੰਘ ਨੇ ਮਾੜਾ ਕੀਤਾ ਸਾਡੇ ਮੁੰਡਿਆਂ ਨਾਲ, ਜੀ ਯੂਥ ਨੂੰ ਮਾਰਿਆ ਨਜਾਇਜ਼ ਤੌਰ ਤੇ, ਜੀ ਹਾਈ ਕੋਰਟ, ਸੁਪਰੀਮ ਕੋਰਟ, ਹਿਊਮਨ ਰਾਈਟ ਸਾਰੇ ਜਿੰਦਾ ਸੀ, ਜੀ ਲੇਕਿਨ ਉਹਨਾਂ ਨੇ ਟੈਰਰ ਫੈਲਾਣੇ ਦੇ ਲਈ ਸਰਦਾਰ ਬੇਅੰਤ ਸਿੰਘ ਨੂੰ ਮਾਰਤਾ। ਜੀ ਦਿਲਾਵਰ ਸਿੰਘ ਵਰਕਾ ਨੇ ਮਾਨਵ ਬੰਬ ਬਣ ਕੇ ਪੰਜਾਬ ਦੀ ਖਾਕੀ ਨੂੰ ਨੀਵਾਂ ਦਿਖਾਇਆ, ਸਿਰ ਉਹਨਾਂ ਦਾ ਨੀਚੇ ਕੀਤਾ। ਜੀ। ਜਿਸ ਪੰਜਾਬ ਪੁਲਿਸ ਨੇ ਆਪਣਾ ਖੂਨ ਰੋੜ ਕੇ, ਜਿਸ ਤਰ੍ਹਾਂ DIG ਮਾਰਿਆ ਦਰਬਾਰ ਸਾਹਿਬ 'ਚ ਪਿੰਡ ਵਾਲੇ ਨੇ, ਤੇ ਉਹਨੂੰ ਡੈੱਡ ਬੋਡੀ ਨੂੰ ਉਠਾਉਣ ਵਾਸਤੇ ਹਿੰਮਤ ਨਹੀਂ ਪੜੀ ਕਿਸੇ ਦੀ। ਇਹ ਕੀ ਸੀ? ਇਹ ਦਹਿਸ਼ਤ ਸੀ ਜੀ ਸਾਡੇ ਹਿੰਦੂ ਪਾਉਣ ਲਈ। ਲੇਕਿਨ ਉਸ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਨਹੀਂ ਸੀ, ਉਹ ਦਹਿਸ਼ਤਗਰਦ ਸੀ। ਦਹਿਸ਼ਤਗਰਦ ਮੰਨਦੇ ਹੋ? ਹਿੰਦੂਆਂ 'ਚ ਦਹਿਸ਼ਤ ਸੀ? ਦਹਿਸ਼ਤਗਰਦ ਸੀ ਉਹ। ਦੂਸਰੀ ਸਾਡੀ ਮੁਸਲਮਾਨ ਕੌਮ ਦੇ ਲਈ ਵੀ ਦਹਿਸ਼ਤ ਸੀ। ਜੀ ਦੇਖੋ ਇੱਕ ਗੱਲ ਸੁਣ ਲਓ, ਜਿਹੜਾ ਆਤੰਕਵਾਦੀ ਹੈ, ਜਿਹੜਾ गुंडा है, ਜਿਹੜਾ क्रिमिनल है, ਜਿਹੜਾ गैंगस्टर है, उसका कोई जात और धर्म नहीं होता। जी गंदा आदमी कहीं भी पैदा हो सकता है, हिंदू में भी, ब्राह्मण में भी, जाट में भी, सिख में भी, सब में पैदा हो सकता है। जी आतंकवादियों की कोई धर्म जाति नहीं होती। नहीं होती। जी तो जरनैल सिंह भिंडरांवाले ने 90 भारतीय सेना को मौत के घाट उतारा दरबार साहब की आड़ में। जी आपकी नज़रों में भारतीय सेना की कोई कदर है? जी बिल्कुल है। जो भारतीय सेना को मौत के घाट उतारेगा, आप उसको शहीद मान लोगे? नहीं संत मान लोगे? जी नहीं मना, नहीं मनांगे। तुसी नहीं मनोगे तो ਉਹਦੇ खिलाफ अगर हिंदू आगू बोलते ने, हिंदू लीडर बोलते ने, तुसी उन्होंने हिंदू बनाता, वो तो सच दे लिए लड़ रहे हैं। जी चाहे वो शिव सेना वाले ने, तो पार्टियां वाले ने, BJP वाले ने, वो सच दे लिए लड़ रहे हैं भी इस बंदे ने साडे भारतीय सेना नाल, ਅਸੀਂ ਆਪਾਂ ਰਾਤੀ ਸੌਂਦੇ ਨੇ 100 ਕਰੋੜ 132 ਕਰੋੜ ਜਨਤਾ, ਤੇ ਉਹ ਬਾਰਡਰਾਂ ਤੇ ਸਾਡੀ ਰਾਖੀ ਕਰਦੇ ਨੇ। ਜੀ ਕਰਦੇ ਨੇ। ਤੇ ਮੈਂ ਉਹਨੂੰ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਇੱਕ ਦੇਸ਼ ਦਰੋਹੀ, ਇੱਕ ਸਿੱਖ ਕੌਮ ਨੂੰ ਬਦਨਾਮ ਕਰਨੇ ਵਾਲਾ, ਜੀ ਇੱਕ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨੇ ਵਾਲਾ ਬੰਦਾ ਮੰਨਦਾ, ਤੇ ਹਿੰਦੂ ਸਿੱਖਾਂ 'ਚ ਪਾੜ ਪਾਣੇ ਵਾਲਾ ਇੱਕ ਐਸਾ ਬੀਜ ਪੈਦਾ ਹੋਇਆ ਪੰਜਾਬ 'ਚ, ਜਿਹਨੇ ਪੰਜਾਬ ਨੂੰ ਖਾਲਿਸਤਾਨ ਬਣਾਉਣੇ ਦੀ ਕੋਸ਼ਿਸ਼ ਕੀਤੀ, ਮੁਹਿੰਮ ਚਲਾਈ, ਤੇ ਪਤਾ ਨਹੀਂ ਕਿੰਨੇ ਨਿਰਦੋਸ਼ ਲੋਕ ਉਸ ਦਹਿਸ਼ਤ ਵਿੱਚ ਮਰੇ, ਖੂਨ ਦੀ ਸੜਕਾਂ ਲਾਲ ਹੋਈ ਪੰਜਾਬ ਦੀ। ਤੇ ਮੈਂ ਚਾਹੇ ਉਹ ਜਰਨੈਲ ਸਿੰਘ ਭਿੰਡਰਾਂਵਾਲਾ ਹੋਵੇ, ਅੱਜ ਖਾਲਿਸਤਾਨ ਦਾ ਬਾਤ ਕਰਦਾ ਇਹ ਅੰਮ੍ਰਿਤਪਾਲ। ਤੁਸੀਂ ਬਤਾਓ ਹੇਮਕੁੰਟ ਸਾਹਿਬ ਤੁਸੀਂ ਉੱਤਰਾਖੰਡ ਤੋਂ ਪੰਜਾਬ 'ਚ ਕਿਸ ਤਰ੍ਹਾਂ ਲਿਆਓਗੇ? ਜੀ ਤੁਸੀਂ ਨੰਦੇੜ ਸਾਹਿਬ ਮਹਾਰਾਸ਼ਟਰ ਤੋਂ ਕਿਸ ਤਰ੍ਹਾਂ ਲਿਆਓਗੇ? ਜੀ ਤੁਸੀਂ ਪਟਨਾ ਸਾਹਿਬ ਜਿੱਥੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਸਲੀ ਗੁਰੂ ਗ੍ਰੰਥ ਸਾਹਿਬ ਰੱਖਿਆ, ਜਿਹਦੇ ਉਹਨਾਂ ਨੇ ਸਾਈਨ ਕਰਿਆ ਹੋਇਆ, ਜੀ ਜੋ ਪਟਨਾ ਸਾਹਿਬ ਪੜਿਆ, ਉਹ ਪਟਨਾ ਸਾਹਿਬ ਨੂੰ ਤੁਸੀਂ ਪੰਜਾਬ 'ਚ ਕਿਸ ਤਰ੍ਹਾਂ ਲਿਆਓਗੇ? ਜੇ ਅੰਮ੍ਰਿਤਪਾਲ ਵਾਕਈ ਆਪਣੀ ਮਾਂ ਦਾ ਜੰਮਿਆ ਹੋਇਆ ਲਾਲ ਹੈ, ਜੀ, ਤੇ ਉਹ ਚੱਲਦੇ ਆ ਉਹਨੂੰ ਕਹਿ
ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਕਰਤਾਰਪੁਰ ਸਾਹਿਬ ਦਾ ਕਬਜ਼ਾ ਲੈਂਦੇ ਆ ਜੀ, ਮਤਲਬ ਤੁਸੀਂ ਫਿਰ ਸਾਥ ਦੇਣ ਨੂੰ ਤਿਆਰ? ਮੈਂ ਅੰਮ੍ਰਿਤਪਾਲ ਦਾ ਸਾਥ ਦੇਣ ਨੂੰ ਤਿਆਰ? ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗਾ ਜੀ, ਭਾਵੇਂ ਮਰ ਜਾ। ਉੱਥੇ ਪਹਿਲੀ ਪਾਤਸ਼ਾਹੀ ਨੇ ਖੇਤੀ ਕੀਤੀ ਜੀ, ਲੰਗਰ ਦੀ ਸ਼ੁਰੂਆਤ ਹੋਈ। ਹੋਰ ਜ਼ਿਆਦਾ ਤਾਕਤਵਰ ਲਗਾਏਗਾ। ਚਲਦੇ ਆ ਨਨਕਾਣਾ ਸਾਹਿਬ। ਫਿਰ ਵਿਦੇਸ਼ਾਂ ਡੱਲਿਆਂ ਨੂੰ ਅੰਮ੍ਰਿਤਪਾਲ ਤੋਂ ਪ੍ਰੋਬਲਮ ਕਿੱਥੇ ਹੈ? ਕਿਹੜਾ ਇਹੋ ਜਿਹਾ ਟੌਪਿਕ ਹੈ ਜਿੱਥੇ ਤੁਹਾਡੀ ਟਿਊਨਿੰਗ ਨਹੀਂ ਬੈਠਦੀ? ਮੇਰੀ ਟਿਊਨਿੰਗ ਜਦੋਂ ਖਾਲਿਸਤਾਨ ਦੀ ਗੱਲ ਕਰਦਾ ਹੈ, ਜੀ। ਜਦੋਂ ਗਨ ਕਲਚਰ ਦੀ ਗੱਲ ਕਰਦਾ ਹੈ, ਜਦੋਂ ਕਹਿੰਦਾ ਹੈ ਜੀ ਸੁਧੀਰ ਸੂਰੀ ਨੂੰ ਜਿਹਨੇ ਮਾਰਿਆ ਠੀਕ ਕੀਤਾ, ਜੀ। ਕਿਸ ਖੁਸ਼ੀ 'ਚ? ਕੌਣ ਹੈ ਉਹ? ਹੀ ਇਜ਼ ਅਥਾਰਟੀ। ਟ੍ਰਾਇਲ ਚੱਲ ਰਿਹਾ ਹੈ। ਮੈਂ ਤੇ ਮੰਗ ਕੀਤੀ ਵੀ 120 ਵਿੱਚ ਸੁਧੀਰ ਸੂਰੀ ਦੀ ਹੱਤਿਆ 'ਚ ਉਹਨੂੰ ਲਿੱਤਾ ਜਾਵੇ। ਜੀ, ਉਹਨੇ ਕਿਹਾ ਵੀ ਮੇਰੇ ਕੋਲ ਆਇਆ ਸੀ, ਦੁਨੀਆ ਆਂਦੀ ਹੈ, ਪਰ ਉਹਨੇ ਚੰਗਾ ਕੰਮ ਕੀਤਾ। ਭੌਂਕਦਾ ਸੀ ਜ਼ੁਬਾਨ ਤੇ। ਤੇਰੀ ਜ਼ੁਬਾਨ ਅੰਮ੍ਰਿਤਪਾਲ ਦੀ ਜ਼ੁਬਾਨ ਤੇ ਲਗਾਮ ਹੈਗੀ ਹੈ। ਡੀਜੀਪੀ ਪੰਜਾਬ ਕਹਿੰਦੇ ਸੀ, ਡੀਜੀਪੀ ਗੌਰਵ ਯਾਦਵ ਦੀ ਮੈਂ ਬਹੁਤ ਇੱਜ਼ਤ ਕਰਦਾ ਜੀ, ਹੀ ਇਜ਼ ਡੈਡ ਓਨੈਸਟ। ਉਹ ਕਹਿੰਦੇ ਸੀ ਜੇ ਕੋਈ ਅੰਮ੍ਰਿਤਪਾਲ ਹੇਟ ਸਪੀਚ ਦੇਗਾ ਮੈਂ ਉਹਦੇ ਖਿਲਾਫ ਕਾਰਵਾਈ ਕਰਾਂਗਾ। ਜੀ, ਸਟੇਟਮੈਂਟ ਤੋਂ 1 ਮਹੀਨੇ ਦੀ ਸਟੇਟਮੈਂਟ ਨਾਲ ਦੇਖ ਲਓ, ਦੀ ਕੋਈ ਕਸਰ ਹੀ ਨਹੀਂ ਛੋੜੀ ਹੋਈ। ਜੀ, ਫਿਰ ਤੁਹਾਡੇ ਵੱਲੋਂ ਕੋਈ ਰਿਟਨ ਕੰਪਲੇਂਟ ਕੀਤੀ ਗਈ ਜਿਵੇਂ ਅੱਜ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ? देखो एक नहीं दसो जी, 200 कंप्लेंटें डीजीपी को, सीएम को, भगवंत मान को। ਫਿਰ ਕਿਉਂ ਸਰਕਾਰ ਕਿਉਂ ਨਹੀਂ ਜਦੋਂ action ਸਰਕਾਰ ਲੈ ਰਹੀ? ਨੇ- ਕਿਉਂ ਕੀ ਦੇਖਦੇ ਹੋ ਵੀ ਅੰਮ੍ਰਿਤਪਾਲ ਹੋਰਾਂ ਤੇ ਜੇ ਐਕਸ਼ਨ ਹੋਣਾ ਚਾਹੀਦਾ ਹੈ ਜਦੋਂ- ਤਾਂ ਸਰਕਾਰ ਡਿਲੇ ਕਿਉਂ ਕਰਦੀ ਹੈ? ਕੋਮਲ ਜੀ ਜਦੋਂ ਸਰਕਾਰ ਨੇ ਐਕਸ਼ਨ ਨਹੀਂ ਲਿੱਤਾ, ਜਦ ਮੈਂ ਗਵਰਨਰ ਸਾਹਿਬ ਕੋਲ ਗਿਆ, ਗਵਰਨਰ ਸਰਕਾਰ ਸੈਂਟਰ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਹੈ। ਜੀ, ਹੀ ਇਜ਼ ਸਟੇਟ ਹੈਡ ਕਨਸਟੀਟਿਊਸ਼ਨ ਆਫ ਇੰਡੀਆ। ਜੀ, ਉਹ ਪੰਜਾਬ ਚ ਸੂਬੇ ਚ ਪੰਜਾਬ ਸੰਵਿਧਾਨ ਦਾ ਰਾਖਾ ਹੈ। ਜੀ, ਜਦੋਂ ਮੈਨੂੰ ਲੱਗਿਆ ਵੀ ਸੰਵਿਧਾਨ ਦਾ ਜਿਹੜਾ ਵਾਇਲੇਸ਼ਨ ਹੋ ਰਹੀ ਹੈ, ਜਿਹੜੀ ਖਾਲਿਸਤਾਨ ਦੀ ਗੱਲ ਕਰਕੇ ਭਾਰਤੀ ਝੰਡੇ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਜੀ, ਜਿਹੜੀ ਸ਼ਹੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੀ, ਜਿਹੜੀ ਭਾਰਤੀ ਤਿਰੰਗੇ ਨੂੰ ਚੈਲੰਜ ਕਰਕੇ ਖਾਲਿਸਤਾਨ ਦੀ ਗੱਲ ਕਰਦੇ ਨੇ, ਜੀ, ਉਹਨਾਂ ਨੂੰ ਨੱਥ ਪਾਈ ਜਾਵੇ। ਕੀ ਆਸ਼ਵਾਸਨ ਦਿੱਤਾ ਫਿਰ ਗਵਰਨਰ ਸਾਹਿਬ ਨੇ ਬੜੀ ਚੰਗੀ ਗੱਲ ਅੱਜ ਇਹ ਕੀਤੀ, ਮੈਂ ਸਕਾਈ ਨਿਊਜ਼ ਨਾਲ ਸਾਂਝੀ ਕਰਨਾ ਚਾਹਾਂਗਾ। ਜੀ। ਗਵਰਨਰ ਸਾਹਿਬ ਨੇ ਮੇਰੇ ਡੈਲੀਗੇਸ਼ਨ ਨੂੰ ਕਿਹਾ ਕਿ ਮੈਂ ਡੀਜੀਪੀ ਗੌਰਵ ਯਾਦਵ ਤੇ ਚੀਫ ਸੈਕਟਰੀ ਨਾਲ ਬਾਰਡਰ ਏਰੀਆ 'ਚ ਗਿਆ ਜੀ, ਤੇ ਮੈਂ ਉਹਨਾਂ ਨੂੰ ਕਿਹਾ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰੋ। ਜੀ, ਤੇ ਮੈਂ ਇਸ ਗਵਰਨਰ ਨੂੰ ਸਲੂਟ ਕਰਨਾ ਜਿਹੜਾ ਪੰਜਾਬ ਨੂੰ ਜੋੜਨ ਆਇਆ, ਜਿਹੜਾ ਹਿੰਦੂ ਸਿੱਖ ਭਾਈਚਾਰੇ ਨੂੰ ਜੋੜਨ ਆਇਆ। ਇਸ ਵੇਲੇ ਹਿੰਦੂ ਸਿੱਖ ਭਾਈਚਾਰਾ ਪੰਜਾਬ 'ਚ ਜੁੜਿਆ ਨਹੀਂ ਹੋਇਆ, ਤੁਸੀਂ ਕੀ ਮੰਨਦੇ ਹੋ? ਨਹੀਂ ਪਾੜ ਪਿਆ ਹੋਇਆ ਹਿੰਦੂ ਸਿੱਖ ਭਾਈਚਾਰੇ 'ਚ? ਹਾਲੇ ਤੱਕ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਜੀ, ਉਹ ਅੰਮ੍ਰਿਤਪਾਲ ਦੇ ਨਾਲ ਨਹੀਂ ਹੈ, ਲੇਕਿਨ ਜਿਹੜੇ ਕੱਟਰਪੰਥੀ ਨੇ, ਜਿਹੜੇ ਰੈਡੀਕਲ ਨੇ, ਜੀ, ਉਹ ਭੜਕਾਣੇ ਦਾ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਪਾਕਿਸਤਾਨ ਦੀ ਮੂਵਮੈਂਟ ISI ਉਹਨਾਂ ਦੇ ਨਾਲ ਹੈ। ਜਿਨ ਮੁਗਲਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 10ਵੇਂ ਗੁਰੂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ, ਉਹਨ ਮੁਗਲਾਂ ਨਾਲ ਮਿਲ ਕੇ ਉਹ ISI ਦੇ ਨਾਲ ਮਿਲ ਕੇ ਪੰਜਾਬ ਦਾ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਨੇ, ਹਰਿਆਣੇ ਦਾ ਮਾਹੌਲ ਖਰਾਬ ਕਰ ਰਹੇ ਨੇ, ਹਿਮਾਚਲ ਦਾ ਮਾਹੌਲ ਖਰਾਬ, ਮੈਂ ਤੇ ਕਹਾਂਗਾ ਪੂਰੇ ਹਿੰਦੁਸਤਾਨ ਦਾ ਮਾਹੌਲ ਖਰਾਬ ਹੋ ਰਿਹਾ। ਮਾਹੌਲ ਖਰਾਬ ਨੂੰ ਮੰਨਦੇ ਕਿਉਂ? ਤੁਹਾਡੇ ਸ਼ਬਦਾਂ 'ਚ ਡੈਫੀਨੇਸ਼ਨ ਕੀ ਹੈ ਮਾਹੌਲ ਖਰਾਬ? ਤੁਸੀਂ ਧਰਮਸ਼ਾਲਾ 'ਚ ਲਿਖਤਾ ਖਾਲਿਸਤਾਨ ਜਿੰਦਾਬਾਦ। ਲਿਖਣ ਨਾਲ ਕਿਹੜਾ ਖਾਲਿਸਤਾਨ ਬਣ ਗਿਆ? ਸਰ ਤੁਸੀਂ ਭਗਤ ਸਿੰਘ, ਤੁਸੀਂ ਚੰਦਰ ਸ਼ੇਖਰ ਆਜ਼ਾਦ, ਤੁਸੀਂ ਸੁਭਾਸ਼ ਚੰਦਰ ਬੋਸ, ਇਹਨਾਂ ਦਾ ਪੂਰੀ ਹਿਸਟਰੀ ਢਾਲੋ। ਇਹਨਾਂ ਨੇ ਛੋਟੀ ਛੋਟੀ ਮੂਵਮੈਂਟਾਂ ਕਰਕੇ ਤਾਂ ਦੇਸ਼ ਨੂੰ ਹਿਲਾਇਆ, ਜੀ, ਅੰਗਰੇਜ਼ਾਂ ਨੂੰ ਹਿਲਾਇਆ। ਤੁਸੀਂ ਇਹ ਨਹੀਂ ਕਹਿ ਸਕਦੇ। ਤੁਸੀਂ ਸੰਵਿਧਾਨ ਦੇ ਖਿਲਾਫ ਕਿਸ ਸੰਵਿਧਾਨ ਨੂੰ ਚੈਲੰਜ ਕਰਨੇ ਵਾਲੇ ਹੁੰਦੇ ਕੌਣ ਹੋ? ਜੀ, ਹੁੰਦੇ ਕੌਣ ਹੋ ਤੁਸੀਂ ਖਾਲਿਸਤਾਨ, ਤੁਸੀਂ ਸਾਡਾ ਹਿੰਦੁਸਤਾਨ 1947 ਚ ਬਣਿਆ ਹਿੰਦੁਸਤਾਨ, ਜੀ, ਔਰ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਉਹ ਤਾਂ ਹਿੰਦੁਸਤਾਨ ਨਾਲ ਪਿਆਰ ਕਰਦਾ ਹੈ। ਜੀ, ਇਹਨਾਂ ਨੇ ਇੱਕ ਆਪਣੀ ਦੁਕਾਨਦਾਰੀ ਔਰ ਆਪਣਾ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ਨਾਲ ਮਿਲ ਕੇ ਫੰਡਿੰਗਾਂ ਲੈ ਕੇ, ਵਿਦੇਸ਼ਾਂ 'ਚ ਪਤਵੰਤ ਪੰਨੂ ਜੈਸੇ ਬੰਦਿਆਂ ਨਾਲ ਜੁੜ ਕੇ ਫੰਡਿੰਗਾਂ ਕਰਕੇ ਬਈ ਤੁਸੀਂ ਅੱਜ ਲਾਲ ਕਿਲੇ ਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿਓ, ਤੁਸੀਂ ਸ਼ਿਮਲਾ, ਮੈਂ ਫਲਾਂ ਤਰੀਕ ਨੂੰ ਸ਼ਿਮਲਾ CM ਕੋਠੀ ਤੇ ਝੰਡਾ ਲਹਿਰਾਵਾਂਗਾ ਖਾਲਿਸਤਾਨ ਦਾ। ਮੈਂ ਉਹਨੂੰ ਚੈਲੰਜ ਦਿੱਤਾ ਸੀ, ਮੈਂ ਝੰਡਾ ਲਹਿਰਾਵਾਂਗਾ DC ਆਫਿਸ ਤੇ, ਤੂੰ ਆ ਜੀ। ਉਹ ਆਇਆ ਨਹੀਂ, ਮੈਂ ਝੰਡਾ ਲਹਿਰਾ ਕੇ ਆਇਆ ਸ਼ਿਮਲਾ 'ਚ। ਸ਼ਿਮਲਾ DC ਆਫਿਸ ਕਦ ਕਿਹਦਾ ਝੰਡਾ ਲਹਿਰਾ? ਭਾਰਤ ਝੰਡਾ ਅਤੇ ਖਾਲਿਸਤਾਨ ਦਾ ਝੰਡਾ ਅੱਗ ਲਾਈ ਮੈਂ। मेरे तो बाद स्वर्गीय मुख्यमंत्री वीरभद्र सिंह के लड़के ने विक्रमादित्य ने खालिस्तान का झंडा चढ़ाया। मेरे बाद हिंदुस्तान झंडा जलाया जी। तो हमने 3-4 मांगे आज गवर्नर साहब से की हैं पंजाब की पीस के लिए जी। एक तो अमृतपाल को पंजाब की अगर खतरा है सिक्योरिटी दी जाए जी। एक जो मोहाली के अंदर बंदी सिखा नूं रिहाई वाली मांग है उन्होंने मोर्चे नूं हटाया जाए। इस मोर्चे तो अतवादियों की फोटो उतारी जाए पोस्टरां दे।
ਜੇ ਕਿਸੇ ਅੱਤਵਾਦੀ ਨੂੰ ਰਿਹਾ ਕਰਨੇ ਦੀ ਗੱਲ ਹੋਏਗੀ, ਸਾਡਾ ਫਰੰਟ ਐਂਟੀ ਟੈਰਰਿਸਟ ਇੰਡੀਆ ਸੜਕਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜਾਈ ਲੜੇਗਾ ਜੀ। ਵੈਸੇ ਵੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਪਿਓਰਾ, ਇਹਨਾਂ ਨੇ ਇੱਕ ਮੁੱਖ ਮੰਤਰੀ ਮਾਰਿਆ ਜੀ। ਇਹ ਇਤਨੇ ਕ੍ਰਿਮੀਨਲ ਨੇ, ਇਤਨੇ ਮਾਸਟਰਮਾइंड ਨੇ, ਜੇਲ੍ਹ 'ਚ ਬੈਠ ਕੇ 70 ਫੁੱਟ ਦੀ ਸੁਰੰਗ ਖੋਦ ਕੇ ਦੌੜ ਗਏ। ਜੀ। ਇਹ ਮਾਸਟਰਮਾइंड ਨੇ। ਇਹ ਜਦੋਂ ਬਾਹਰ ਆਣਗੇ 2 ਘੰਟੇ ਵਾਸਤੇ ਵੀ ਬਾਹਰ ਆਣਗੇ ਤਾਂ ਹਿੰਦੁਸਤਾਨ ਦਾ ਨਾਸ ਹੀ ਕਰਨਗੇ। ਸ਼ਾਂਡਿਲਿਆ ਸਾਹਿਬ, ਇੱਕ ਹੋਰ ਸਵਾਲ ਹੈ। ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਤੇਲੰਗਾਨਾ ਸਰਕਾਰ ਵੱਲੋਂ 31 ਸਾਲਾਂ ਬਾਅਦ ਰਿਹਾਈ ਦਿੱਤੀ, ਪਰ ਪੰਜਾਬ ਦਾ ਜਿਹੜਾ ਇੱਕ ਐਜੀਟੇਸ਼ਨ ਚੱਲ ਰਹੀ ਹੈ ਵੀ ਬੰਦੀ ਸਿੰਘਾਂ ਨੂੰ ਰਿਹਾਈ ਦਿੱਤੀ ਜਾਵੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। देखो, ਫਿਰ ਇੱਕੋ ਹੀ ਦੇਸ਼ ਦੇ ਵਿੱਚ ਦੋ ਕਾਨੂੰਨ ਕਿਵੇਂ ਕੰਮ? आज मैंने चंडीगढ़ के गवर्नर साहब को, पंजाब के गवर्नर साहब को और पंजाब की मीडिया को एड्रेस किया। जी। जे वो बंदी सिख किसी पिंड दे कतल च फस गए, जी, किसी लड़ाई झगड़े च चाणचक बंदा मर गया, किसी और केस फस गए, उन्हों की सज़ा पूरी होगी जी। वो अगर नहीं बाहर आ रहे वो मैनू दसो। ਤੁਸੀਂ ਬੰਦੀ ਸਿੰਘਾਂ ਦੇ ਹੱਕ ਚੋਂ, लेकिन उन बंदी ਸਿੰਘਾਂ ਦੇ ਨਹੀਂ ਜਿਹੜੇ ਅੱਤਵਾਦੀ ਨੇ। ਕਿਹਨਾਂ ਨੂੰ ਅੱਤਵਾਦੀ ਮੰਨਦੇ? ਜਗਤਾਰ ਸਿੰਘ ਹਵਾਰਾ, ਰਾਜੋਆਣਾ, ਦਵਿੰਦਰ ਸਿੰਘ ਭੁੱਲਰ, ਸਭ ਅੱਤਵਾਦੀ ਨੇ। ਜੀ। ਦਿਲਾਵਰ ਸਿੰਘ, ਤੁਸੀਂ ਇੱਕ ਗੱਲ ਦੱਸੋ ਮੈਨੂੰ, ਦਰਬਾਰ ਸਾਹਿਬ 'ਚ ਅਜਾਇਬ ਘਰ ਹੈ ਜੀ। ਇੰਦਰਾ ਗਾਂਧੀ ਨੂੰ ਮਾਰਨੇ ਵਾਲਾ ਸਤਵੰਤ ਸਿੰਘ ਬੇਅੰਤ ਸਿੰਘ ਜੀ, ਜਿਹਨੂੰ ਫਾਂਸੀ ਹੋਈ, ਉਹ ਕਿਹੜੇ ਪਾਸੇ ਤੋਂ ਸ਼ਹੀਦ ਹੋ ਗਿਆ ਜੀ? ਤੁਹਾਡੀ ਨਜ਼ਰਾਂ ਸਕਾਈ ਨਿਊਜ਼ ਦੀ ਨਜ਼ਰਾਂ 'ਚ ਸਤਵੰਤ ਸਿੰਘ ਬੇਅੰਤ ਸਿੰਘ ਜਿਹਨੇ ਇੰਦਰਾ ਗਾਂਧੀ ਮਾਰੀ, ਜੀ, ਇਹ ਕਿਸੇ ਧਰਮ ਦੇ ਅੰਦਰ ਲਿਖਿਆ ਹੋਇਆ ਕਿ ਜਿਹਦੀ ਤੁਸੀਂ ਸਿਕਿਉਰਿਟੀ 'ਚ ਲੱਗੇ ਉਹਨੂੰ ਤੁਸੀਂ ਜਿਹੜਾ ਮਾਰ ਦਿਓ, ਸੋਧ ਦਿਓ? ਜੀ। ਲਿਖਿਆ ਕਿਧਰ? ਨਹੀਂ ਲਿਖਿਆ ਜੀ। ਨਹੀਂ ਲਿਖਿਆ ਨਾ। ਜੇ ਉਹ ਐਸਾ ਕਰਦੇ ਨੇ ਤਾਂ ਧੋਖੇਬਾਜ਼ ਹੈ ਕਿ ਨਹੀਂ? ਸਤਵੰਤ ਸਿੰਘ ਬੇਅੰਤ ਸਿੰਘ ਨੇ ਧੋਖਾ ਕੀਤਾ, ਇੰਦਰਾ ਗਾਂਧੀ ਨੂੰ ਲਲਕਾਰਦਾ ਵੀ ਆਪਾਂ ਨੌਕਰੀ ਛੋੜ ਕੇ ਜਾ ਰਹੇ ਹਾਂ, ਤੈਨੂੰ ਚੱਕਾਂਗੇ, ਤੈਨੂੰ ਸੋਧਾਂਗੇ। ਜੀ। ਉਹ ਮਰਦਾਨਗੀ ਸੀ। ਤੁਸੀਂ ਧੋਖੇ ਤੋਂ ਮਾਰੇ ਇੱਕ ਪ੍ਰਾਈਮ ਮਿਨਿਸਟਰ ਨੂੰ, ਤੁਸੀਂ ਆਪਣੀ ਕ੍ਰੈਡੀਬਿਲਿਟੀ ਲੂਜ਼ ਕੀਤੀ। ਉਸ ਤੋਂ ਬਾਅਦ ਸਤਵੰਤ ਸਿੰਘ ਬੇਅੰਤ ਸਿੰਘ ਨੂੰ ਸੁਪਰੀਮ ਕੋਰਟ ਨੇ, ਰਾਸ਼ਟਰਪਤੀ ਨੇ ਫਾਂਸੀ ਦਿੱਤੀ। ਜੀ। ਜਿਸ ਬੰਦੇ ਨੇ ਪ੍ਰਾਈਮ ਮਿਨਿਸਟਰ ਮਾਰਿਆ ਹੋਵੇ ਦੇਸ਼ ਦਾ ਮੌਜੂਦਾ, ਉਹਦੀ ਫੋਟੋ ਜੈਬ ਘਰ 'ਚ ਲੱਗੀ ਹੋਣੀ ਚਾਹੀਦੀ। ਕਿਉਂ ਲਾਈ ਹੋਈ? ਜਰਨੈਲ ਸਿੰਘ ਭਿੰਡਰਾਂ ਵਾਲਾ ਦੀ ਫੋਟੋ ਕਿਉਂ ਲਾਈ ਹੋਈ? ਇਹ ਜਿਹੜੇ ਤੁਸੀਂ ਸਵਾਲ ਚੁੱਕ ਰਹੇ ਹੋ ਕਿ ਇਹ ਸਰਕਾਰਾਂ ਨੂੰ ਨਹੀਂ ਦਿਖਦੇ? ਸਮੇਂ ਦੀਆਂ ਸਰਕਾਰਾਂ, ਕਾਂਗਰਸ ਦੀ ਵੀ ਸਰਕਾਰ ਰਹੀ, ਅਕਾਲੀਆਂ ਦੀ ਵੀ ਰਹੀ, ਅੱਜ ਆਮ ਆਦमी पार्टी ਦੀ सरकार देखो, पंजाब। मैं सरकारों को बहुत कुछ देख के चलना पड़ता है, लेकिन मैं यहाँ कुछ और कहना चाहता हूँ। जी। सरकारों से ज़्यादा देखो, जैसे शिरोमणि गुरुद्वारा प्रबंधक कमेटी है जी। अब हरियाणा में भी हरियाणा सिख गुरुद्वारा प्रबंधक कमेटी सुप्रीम कोर्ट के ऑर्डर से बन गई। ये गुरुद्वारों के रख रखाव के लिए हैं। ये इनको चाहिए कि उसका मिसयूज ना होने दें। जी। अब एक बात मैं इसी से कनेक्टेड है, जत्थेदार बना दिया अकाल तख्त का जगतार सिंह हवारा एक आतंकवादी। क्या आतंकवादी को अकाल तख्त का जत्थेदार जो जेल में बंद है बनाने को आप मर्यादा को खंडित नहीं करनी है? भाई ਜਿਹੜਾ ਮੌਜੂਦਾ ਅਕਾਲ ਤਖਤ ਦਾ ਜਥੇਦਾਰ ਹੈ, ਅਕਾਲ ਤਖਤ ਦੀ ਕਿੰਨੀ ਮਰਿਆਦਾ ਹੈ? ਉਹ ਕਿਸੇ ਸਿੱਖ ਨੂੰ ਵੀ ਸਜ਼ਾ ਦੇ ਸਕਦਾ ਵਿਸ਼ਵ ਵਿੱਚ ਬੁਲਾ ਕੇ। ਉਹਦਾ ਇੱਕ ਅੱਤਵਾਦੀ ਬਣਾਤਾ ਜਥੇਦਾਰ। ਮਤਲਬ ਤੁਸੀਂ ਜੋ ਮਰਜ਼ੀ ਫੈਸਲੇ ਲਈ ਜਾਓ, ਤੁਸੀਂ ਗੁੰਡੇ ਹੋ, ਤੁਸੀਂ ਦਹਿਸ਼ਤਗਰਦ ਹੋ, ਤੁਸੀਂ ਡਰਾ ਰਹੇ ਹੋ। ਸ਼ਾਂਡਿਲਿਆ ਸਾਹਿਬ ਬੜੇ ਡੇਰਿੰਗ ਆਨਸਰ ਦੇ ਰਹੇ ਹੋ। ਅੱਜ ਹੀ ਤੁਹਾਡੇ ਜਦੋਂ ਤੁਸੀਂ ਮੰਗ ਪੱਤਰ ਦੇਣ ਗਏ ਸੀਗੇ, ਜੋ ਖਬਰ ਮਿਲੀ ਹੈ, ਤੁਹਾਡੇ ਦਫ਼ਤਰ ਤੇ ਹਮਲਾ ਹੁੰਦਾ ਹੈ। ਡਰ ਨਹੀਂ ਆਉਂਦਾ ਕਦੀ ਮਨ 'ਚ ਵੀ परिवार भी है, घर परिवार है, बच्चे हैं भी, जे कल नू कोई अनहोनी वापर गई फिर? देखो, एक बहुत प्यारा गीत है देशभक्ति का, जिंदा रहने के मौसम बहुत हैं मगर जान देने की रुत रोज आती नहीं। जी। और मेरा रंग दे बसंती चोला, इस चोले को पहन शिवाजी खेले अपनी जान पे, जी। इसे पहन झांसी की रानी मिट गई अपनी आन पे। तो अगर वीरेश शांडिल्य, मैं इतना ज़रूर चाहूँगा जी कि मैं अतवादी बली चढ़ जा, कोई गल नहीं जी। अतवादी मैनू छाती ते गोली मार देन, कोई गल नहीं जी, कोई मलाल नहीं। अतवादी मैनू बम तो उड़ा दे, कोई मलाल नहीं, लेकिन मैनू सरकार या एडमिनिस्ट्रेशन की गलती नाल जी मैं मौत दा नवाला ना बना, जी, ताकि कोई दूजा वीरेश शांडिल्य उदी माँ कहे ना तू वीरेश शांडिल्य दा हाल नहीं देखा? जी। हा दा नारा लांदा सी झंडे पिछे, हा दा नारा लांदा सी हिंदुस्तान की रक्षा पिछे, जी। हा दा नारा लांदा सी पंजाब नूं अमन देने वास्ते। उन्होंने सरकार नहीं मरवाता जी, उन्होंने सिक्योरिटी नहीं दी। अज तुसीं मेरा दफ्तर फुकण की गल करो ना, दफ्तर अटैक की गल करते हो। मैं उस टाइम गवर्नर हाउस तो प्रेस कॉन्फ्रेंस कर रहा थी, बिच भी मैनूं मैसेज आया, मैं उत्थे कहा, जी। वो कहा तुसीं पंजाब दे खालिस्तान खत्म करना चाहते हो, तुहाडे तो हरियाणे 'च अटैक हो गया।
अम्बाड़े में भी 4 दिन पहले खालिस्तान के लोगों को पकड़ा है पंजाब के अम्बाड़ा के एसपी ने, जसवंत रंधावा जी ने। जी। मुझे आज मारने के लिए हमला हुआ, नकाबपोशों द्वारा हत्या करने के लिए। ਤੁਹਾਨੂੰ पता है इस गल का? मैं 15 दिन से लिख रहा हूँ जी, चिट्ठियाँ लिख रहा हूँ, अफसर को चिट्ठियाँ लिख रहा हूँ, सरकार को चिट्ठियाँ लिख रहा हूँ कि मैंने अखबारों में दिया कि मुझे मारेंगे, मेरी रेकी हो रही है। ਤੁਹਾਨੂੰ मतलब इस गल की नॉलेज हैगी है भी थोड़ी रेकी की जा रही है? ऐसा है जी, मैंने कल एक गुरुद्वारे में भोग था, खालिस्तानियों ने 2018 में मेरा दफ्तर भी फूंक दिया था अम्बाड़ा में, इसी अम्बाले में। उसमें 18-20 आदमी के खिलाफ कोर्ट में केस चल रहा है जी। देखिए, पुलिस के बारे में कहते हैं ये नलके से पूछ लेते हैं तेरे से पानी कौन पी गया जी। तो मैं अम्बाड़ा के एसपी से, हरियाणा के होम मिनिस्टर से, हरियाणा के चीफ मिनिस्टर से, होम मिनिस्टर अनिल विज जी से, अभी मेरी एसपी साहब से बात हुई कि एसपी साहब, पुलिस की नेग्लिजेंसी से ना मैं मर चुका जी। मेरे ऊपर तिरंगा उड़ के जाए कि ये आतंकवाद के खिलाफ लड़ता मरा है, मतलब मान महसूस करो। मैं किसी से, मेरा परिवार को मेरे मरने के बाद 5 पैसे नहीं चाहिए जी। मेरा परिवार भी गए, मेरा बच्चे भी गए, मेरा बाप देश के लिए मरा है जी। लेकिन गैंगस्टर मार दे कोई, भूमाफिया मार दे कोई जी, कोई राजनीतिक प्रभाव में मेरी कत्ल करवा दे जी, वो बड़ा खतरनाक वो है। तो वैसे तो मैं कभी जीवन में कभी गरीब आदमी का, आम आदमी का, सबसे ज़्यादा देश में दुख सुख में मैं रहता हूँ जी। तो मैं ये सोच के मैं अमृतपाल के खिलाफ नहीं हूँ। मैंने क्या कहा, मैंने कौन सी बुरी बात कर दी? मैंने कहा तू इसकी गने लाइसेंस रद्द करके सरकार को एप्लीकेशन दे, अर्जी दे कि मुझे खतरा है जान का, सरकार असेस करा लेगी, सिक्योरिटी दे देगी जी। मैं किहड़ी गल की? मैं क्या तू चल ननकाना साहब चल, तू खालिस्तान की गल करदा, ਆਪਾਂ पंजाब च एक गुरुद्वारा होर ऐतिहासिक गुरुद्वारा ਉਹਦੇ ਤੋਂ ਸਾਥ ਦੇਣ ਨੂੰ ਤਿਆਰ मैं देन नहीं जा रहा ਤੇ मैं ਅੱਜ ਮੰਗ ਪੱਤਰ ਚ ਕਿਹਾ ਮੋਰਚਾ ਹਟਾਇਆ ਜਾਵੇ ਮੋਹਾਲੀ ਤੋਂ। जी। ਜਿਹੜੇ बंदी सिख हैं, आम प्रिजनर, आम कैदी हैं, उनके गैल आतंकवादियों को ना छोड़ा जाए। नंबर 3, NIA के थाने बनाए जाएं, उन थानों में वो मुकदमे दर्ज हों जो ड्रोन आ रहे हैं पाकिस्तान से जी। जो पाकिस्तान से नशा आ रहा है वो NIA करे ना, NIA में दर्ज हूँ, NIA में थाने बनाए। मैंने गवर्नर साहब को कहा। चौथी बड़ी इंपॉर्टेंट मांग कि पंजाब में जितनी भी स्पीच प्रोग्राम देता है अमृतपाल, उसकी अनुमति सेंट्रल गवर्नमेंट होम अफेयर से ले जी। लिखित में कि वहाँ क्या बोलेगा, वो कितनी देर बोलेगा, और जो बोलेगा वो रिटर्न में हमें दे ताकि हम उसको सेंसर कर दें कि आप ये बोलो। की का आश्वासन दिता गवर्नर साहब ने? मैंने तो की क्या कि बड़ी चंगी गल अज मैनू लगी, उन्होंने कहा, मैं DGP पंजाब और चीफ सैकटरी ने कहा भी पंजाब च जो मैं बॉर्डर पर गया एरिया देखने तो मैंने कहा भी खालिस्तान को क्रश कर दो। इसका मतलब खालिस्तान हमारे लिए थ्रेट है जी। पंजाब एक सूबा नहीं है, पंजाब देश की माँ है जी। पंजाब देश की माँ है, पंजाब देश का देवता है जी। जो पूरे देश को रोटी दे रहा है जी। कोरोना में पूरा देश बंद हो गया था लेकिन खेती बंद नहीं हुई जी। ਸ਼ਾਂਡਿਲਿਆ ਸਾਹਿਬ, ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਪਿੱਛੇ ਜੇ, ਤੁਸੀਂ ਸਰਕਾਰ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਸੀਗੀ। ਜੇਕਰ ਵੇਖਿਆ ਜਾਵੇ ਤੁਹਾਡੇ ਤੇ ਅੱਜ ਹਮਲਾ ਵੀ ਹੋਇਆ, ਕਿੰਨੀ ਸਿਕਿਉਰਿਟੀ ਤੇ ਸੁਰੱਖਿਆ ਪਹਿਰਾ ਇਸ ਵੇਲੇ ਤੁਹਾਡੇ ਨਾਲ ਚੱਲਦਾ? ਦੇਖੋ, ਮੈਨੂੰ ਸਾਡੇ ਹਰਿਆਣਾ ਵਿੱਚ ਪੰਜਾਬ ਵਾਲਾ ਮਾਹੌਲ ਨਹੀਂ ਹੈ, ਹਾਲਾਂਕਿ ਮੇਰਾ ਪੰਜਾਬ 'ਚ ਵੀ ਘਰ ਬਾਰ ਹੈ। ਮੈਨੂੰ 2 गनमैन जी हरियाणा के गृह मंत्री अनिल विज जी ने दिलवाए थे जी। उनको लगा कि मेरी जान को खतरा है और उन्होंने तुरंत आदेश दिए कि इसको सुरक्षा मिले जी। और हाई कोर्ट में मैंने 2018 में एक सिक्योरिटी की रिट डाली थी जी, जिसके ऊपर एक बड़ा लैंडमार्क फैसला देके पेंडिंग कर ली वो जी। अभी पीछे तारीख पे पुलिस ने लिख के भी दे दिया कि हमने इनको 2 आदमी दे दिए हैं, प्रोवाइड करवा दिए हैं। मतलब मेरी पिटीशन को उन्होंने मान लिया कि इसको खतरा है जी। हरियाणा पुलिस ने। और 2 गनमैन मेरे पास 2-2.5-3 साल से हैं जी। तो उन्होंने कहा कि वीरेश चंडीला के ऑफिस पे और रेजिडेंस पे राउंड द क्लॉक सर्वेलेंस होगी और PCR राइडर खड़ा रहेगा जी, राउंड द क्लॉक। लेकिन यहाँ कोई नहीं था, अगर आज वो होते तो गोली खा के जाते जी। नकाबपोश आदमी दिन दिहाड़े CCTV कैमरे में मैंने देखा, दरवाजा खोल रहे, दरवाजा उनको जो रेक की इन्फॉर्मेशन थी वो ये थी मैं अंदर ही हूँ। जब उन्होंने देखा कि दरवाजा तो बंद पड़ा, उन्होंने सोचा अंदर से बंद कर लिया, क्योंकि आजकल शीशे से हैं, शीशा तोड़ के अंदर घुसे। जब उन्होंने देखा है ही नहीं, इतनी बुरी तरह क्रश कर गए मेरा दफ्तर, गुस्सा निकाल के गए। वो कौन थे? मुझे मारने का किसको फायदा था? कोई आपसी निजी रंजिश? मेरी किसी से कोई रंजिश नहीं। मैं अखबार का मालिक भी हूँ 1974 से,
अखबारों में हम खबरें गैंगस्टरों की भी लगाते हैं, किसको घर बैठ के मेरे से तकलीफ है मुझे पता नहीं। अगर मैं किसी के खिलाफ गलत खबर छाप रहा हूं तो उनके पास अधिकार है कानून का। लेकिन जिस तरह मुझे आज ये मेरे साथ हुआ, मेरे और मेरे बेटे की लाश आज जाती, अगर ये तो मेरा लक है, क्योंकि कहते हैं बच्चा मारने वाले से बचाने वाला बड़ा। आज मैं चंडीगढ़ गवर्नर हाउस था, नहीं तो आज मेरी आप मेरे साथ बात ना कर रहे होते, मेरी डेड बॉडी होती, पुलिस चार यहाँ छावनी बना देती। मैं अम्बाड़ा पुलिस से हरियाणा के गृह मंत्री अनिल विज जी सिर्फ आपसे ये पूछना चाहता हूँ कि मुझे ये बता दो मेरे मारने से किसको फ़ायदा होना था। इस बात की जांच करके टीवी पे अखबारों को इंटरव्यू दे दो। विश्वास रखते हो अंबाला पुलिस ते या हरियाणा पुलिस ते भी जेड़ा थोड़े ते अज थोड़े दफ्तर ते हमले की कोशिश हुई है? देखो 4 घंटे हो गए हैं जी। मैं अम्बाड़ा आ गया था 3:30 बजे जी। 3:30 का मतलब हो गया 5 घंटे हो गए। 5 घंटे की जो पुलिस की एक्टिविटी है उससे मैं बहुत ज़्यादा सेटिस्फाइड नहीं हूँ। लेकिन जो मेरी एसपी के साथ बात हुई है रंधावा जी से जी, उनका वर्किंग स्टाइल कुछ और है जी। उन्होंने बड़े बड़े क्रिमिनल गैंगस्टरों को प्लानिंग्स को चौपट किया। तो मैं 48 या 72 घंटे जी ज़रूर वेट करूँगा कि ये प्लानिंग किसने की जी, इसके पीछे कौन है, कौन सी ताकतें हैं, खालिस्तानी ताकतें हैं, गैंगस्टर हैं, पॉलिटिकल आदमी हैं, कोई मेरे से रंजिश रखने वाला है, कोई भूमाफिया है, कोई एंटी सोशल एलिमेंट्स है, या कोई, क्योंकि मुझे ये पता चला है कि वो पंजाब में बैठ के बस में चले गए जी, वो पंजाब से आए थे। मैं सिर्फ आपके स्काई न्यूज़ चैनल के माध्यम से सिर्फ ये कहना चाहता हूँ कि मुझे ये फाइंड आउट हो जाए कि मेरे आज मरने से फ़ायदा किसको होना था जी, बिल्कुल खालिस्तानियों को होना था। क्योंकि नॉर्दर्न इंडिया में इस वक्त एक बड़ा क्लियर मैसेज है कोमल सिंगला जी कि वीरेश शांडिल्या खालिस्तान के खिलाफ, अमृतपाल के खिलाफ, भिंडरांवाले के खिलाफ खुलेआम बोलता है जी। और हमारे 20-25 सरदारों के खिलाफ इन्होंने कट्टरपंथियों के खिलाफ केस भी किया हुआ है। अगर इसको मार दिया जाए तो खालिस्तान की बात करने वाले ख़त्म, भिंडरांवाले की बात करने वाले ख़त्म, और एक दहशत बढ़ जाएगी ऐसे लोगों पर। तो मैं सिर्फ प्रदेश के गृह मंत्री अनिल विज जी से मांग करता हूँ, मुझे उनके ऊपर बहुत विश्वास है जी। और अगर मेरी मौत सरकार की या प्रशासन की नेग्लिजेंसी से होनी है, मैं उसको भी नहीं रोक सकता जी। और अगर अतवादियों ने जहाँ राजीव गांधी को मार दिया, इंदिरा गांधी को मार दिया, बेन सिंह को सेक्रेटरीट में मार दिया, 26/11 हो गया, पार्लियामेंट में बढ़ गए, लाल किले में बढ़ गए, पुंछ में बढ़ गए, जो पठानकोट में बढ़ गए एयरबेस पे, कहाँ नहीं बढ़े आतंकवादी। तो लेकिन अगेन एंड अगेन मैं ये कहना चाहता हूँ कि मैं जी सरकार की नेग्लिजेंसी से मेरी मौत नहीं होनी चाहिए जी। बिल्कुल शांडिल्या साहब, तुसी पिछे जिक्र किया हुणे अपनी गलबात च श्री गुरु गोबिंद सिंह जी दे 5 प्यारे दा, ਤੁਹਾਨੂੰ याद होएगा, मेरे ध्यान च आ रहा कि 2007 ਦੇ ਵਿੱਚ राम रहीम जो कि सिरसा डेरे के मुखी ने, उन्होंने वालों भी एक ढोंग रचाया गया सीगा श्री गुरु गोबिंद सिंह जी का बाणा पा के सेम उसी तरीके दे नाल ਜਿਹੜੇ है प्यारे तैयार किए गए ਸੀਗੇ। ਤੁਸੀਂ ਕਿਵੇਂ देखते हो राम रहीम ਦੀ ਇਸ ਕਾਰਵਾਈ ਨੂੰ? देखो ਆਪਾਂ ਇਸ ਗੱਲ ਨੂੰ ਬਹੁਤਾ ਨਾ ਹੀ ਕਰੇਲੀਏ ਤੇ ਚੰਗਾ। ਉਹਦੇ ਵਿੱਚ ਜਿਹੜਾ ਪ੍ਰੋਟੈਸਟ ਹੋਣਾ ਸੀ ਉਹ ਹੋ ਲਿਆ। ਉਹ नहीं तुसी इस गल नाल राम रहीम दे हक चों या मैं देखो मेरी बात सुनो जी। मैं हा दा नारा उदी पैरोल दूने के लाया भी राम रहीम ने 128 ऐसे काम किए ने जिहदे विच हिस्टोरिकल वर्किंग है। वैश्यावां, कॉल गर्ल, किसी लड़की नूं कॉल गर्ल कहना, उन्होंने पुछो, उहदे परिवार नूं पुछो, ते अपनी साधविया दे नाल बेटी बचाओ बेटी पढ़ाओ बना कहना बड़ा आसान है। उन्होंने वैश्यावां की शादी की, देश साफ किया, सेना नूं लखों यूनिट ब्लड दिता, शरीर दान, नेत्र दान, स्पोर्ट्स बनाना लड़कियों नूं। जिहड़ी साधवियां नाल एलीगेशन है, सज़ा होगी। हाई कोर्ट च अपील पेंडिंग है, 2 कोर्टां उन्हां कोल हैगी ने, हाई कोर्ट ते सुप्रीम कोर्ट। रही गल तुसीं जिहड़ी की उन्होंने गुरु गोबिंद सिंह जी की, देखो साडी कोई हैसियत नहीं है किसी दी भी, चाहे उन्होंने भावें राम रहीम जी होण जी, कि आपां इन महापुरुषों की रीस भी कर दईए जी। बिल्कुल कोई औकात नहीं साडी जी। वो कहंदे ना चंगे चाहे माड़े हालात विच रखी, सानू साडे मालका औकात विच रखी जी। ते उन्होंने उस वक्त की गलती नूं रिटर्न भी माफ़ी मंगी सी राम रहीम जे तुहानूं याद होवे, चेते होवे जी। ते गलती मंगने तो बाद गल नूं खत्म कर देना चाहिए।
ਲੇਕਿਨ ਉਹ ਕੁਝ ਕੱਟੜਪੰਥੀ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ। ਕਿਉਂ ਟਾਰਗੇਟ ਕਰਦੇ? ਰਾਮ ਰਹੀਮ ਨਾਲ ਕਿਸ ਦੀ ਕੀ ਦੁਸ਼ਮਣੀ ਹੋ ਸਕਦੀ? ਉਹ ਉਹੀ ਬਤਾ ਸਕਦੇ ਨੇ ਜਿਨ੍ਹਾਂ ਦੀ ਦੁਸ਼ਮਣੀ ਆ। ਇੱਕ ਡੇਰਾ ਪ੍ਰੇਮੀ ਮਾਰਤਾ, ਉਹਨੇ ਕੀ ਕੀਤਾ? ਮੈਂ ਅੱਜ ਉਹਨਾਂ ਨੂੰ ਮੰਗ ਕੀਤੀ ਵੀ ਜਿਤਨੇ ਵੀ ਪੰਜਾਬ 'ਚ ਸਰਸਾ ਬਾਬੇ ਦੇ ਡੇਰੇ ਨੇ ਉਹਦਾ CRPF ਲਗਾਈ ਜਾਵੇ ਗਵਰਨਰ ਸਾਹਿਬ ਨੂੰ ਜੀ, ਕਿਉਂਕਿ ਨਿਰੰਕਾਰੀ 80 'ਚ ਮਰੇ ਗੁਰੂ ਜੀ, 81 'ਚ ਉਹ ਆਪਣਾ ਲਾਲਾ ਜਗਤ ਨੈਣ ਮਰੇ, ਉਹਦੇ ਵਿੱਚ ਭਿੰਡਰਾਂ ਵਾਲਾ ਵੀ ਅਰੈਸਟ ਹੋਇਆ ਸੀ, ਐਲੀਗੇਸ਼ਨ ਲੱਗਿਆ ਸੀ। ਤੇ ਅਸੀਂ ਚਾਹੁੰਦੇ ਨੇ ਮੁੜ ਕੇ ਜਿਹੜੀ ਮੋਟੀ ਜੀ ਗੱਲ ਹੈ, ਮੋਟੀ ਸੀ ਗੱਲ ਹੈ ਕਿ ਪੰਜਾਬ ਨੂੰ ਆਪਾਂ ਅਮਨ ਸ਼ਾਂਤ ਰੱਖਣਾ ਹੈ, ਭਾਈਚਾਰੇ ਨੂੰ ਬਣਾਉਣਾ ਹੈ, ਅੱਤਵਾਦ ਨਹੀਂ, ਖਾਲਿਸਤਾਨ ਨਹੀਂ ਚਾਹੀਦਾ ਕਿਸੇ ਨੂੰ ਵੀ। ਗੁਰੂ ਦੇ ਸੱਚੇ ਸਿੱਖ ਨੂੰ ਕਿਸੇ ਨੂੰ ਖਾਲਿਸਤਾਨ ਨਹੀਂ ਚਾਹੀਦਾ। ਮੈਂ ਪਟਨਾ ਸਾਹਿਬ ਸ਼ੀਸ਼ ਨਵਾ ਕੇ ਆਇਆ, ਕਿਸੇ ਭਿੰਡਰਾਂ ਵਾਲੇ ਦੀ ਫੋਟੋ ਨਹੀਂ ਜੀ। 10ਵੇਂ ਗੁਰੂ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇ। ਤੇ ਜਦੋਂ ਗੁਰਦੁਆਰੇ 'ਚ ਵੜਦੇ ਨੇ ਕਿਸੇ ਨਾ ਕਿਸੇ ਰੂਪ 'ਚ ਸੱਚੇ ਖੱਬੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ। ਸੰਤ ਜੀ ਜਦੋਂ ਗੁਰੂ ਸਾਹਿਬ ਨੇ ਕਹਿਤਾ ਗੁਰੂ ਗ੍ਰੰਥ ਸਾਹਿਬ ਹੀ ਸਭ ਕੁਝ ਹੈ ਜੀ। ਜੇ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਹੈ, ਉੱਥੇ ਕਿਸੇ ਦੀ ਫੋਟੋ ਦੀ ਕੀ ਲੋੜ ਹੈ? ਔਰ ਇਹ ਕਦੋਂ ਦਾ ਮਹਾਪੁਰਸ਼ ਹੋਇਆ? ਫੋਟੋ ਲਾਣੀ ਹੈ ਮਾਤਾ ਗੁਜਰ ਕੌਰ ਦੀ ਲਾਓ ਜੀ, ਸਾਹਿਬਜ਼ਾਦਿਆਂ ਦੀ ਲਾਓ, ਜ਼ੋਰਾਵਰ ਸਿੰਘ ਦੀ ਲਾਓ, ਫਤਿਹ ਸਿੰਘ ਦੀ ਲਾਓ ਜੀ, ਗੁਰੂ ਨਾਨਕ ਦੇਵ ਜੀ ਦੀ ਲਾਓ, ਭਾਈ ਮਤੀ ਦਾਸ ਸਤੀ ਦਾਸ ਦੀ ਲਾਓ ਜੀ, ਔਰ ਗੁਰੂ ਅਰਜਨ ਦੇਵ ਜੀ ਦੀ ਲਾਓ ਜਿਹੜੇ ਤੱਤੇ ਤਵੇ 'ਚ ਬੈਠੇ। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ, ਇਸ ਤੋਂ ਮੈਨੂੰ ਇੱਕ ਵਾਕਿਆ ਯਾਦ ਆਉਂਦਾ ਹੈ। ਮੈਂ ਪਿੱਛੇ ਜੇ ਬਰਗਾੜੀ ਬਾਈਬਲ ਕਲਾ ਜਾ ਕੇ ਆਇਆ। ਬਰਗਾੜੀ ਬੇਅਦਬੀ ਦੇ ਪਿੱਛੇ ਜਿਹੜਾ ਹੈਗਾ ਉਸ ਇਲਾਕੇ ਦੇ ਲੋਕ ਧਰਨਾ ਵੀ ਲਾ ਕੇ ਬੈਠੇ ਨੇ ਪਿਛਲੇ ਲਗਭਗ 1.25 ਸਾਲ ਤੋਂ। ਉਹ ਰਾਮ ਰਹੀਮ ਨੂੰ ਦੋਸ਼ੀ ਮੰਨਦੇ ਨੇ ਕਿ ਰਾਮ ਰਹੀਮ ਦੇ ਚੇਲਿਆਂ ਵੱਲੋਂ ਚੈਲੰਜ ਕਰਕੇ ਪੋਸਟਰ ਲਾ ਕੇ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਗਈ ਤੇ ਪੰਜਾਬ ਨੂੰ ਦੇਸ਼ ਦੁਨੀਆ 'ਚ ਬਦਨਾਮ ਕਰਾਇਆ ਗਿਆ। ਇੱਕ ਪੋਸਟਰ ਮੈਨੂੰ ਦਿਖਾ ਦਿਓ ਜੀ। ਇੱਕ ਜਿਸ ਦਿਨ ਕੋਈ ਕੋਰਟ ਜੀ, ਛੋਟੀ ਤੋਂ ਛੋਟੀ ਕੋਰਟ, ਜਿਸ ਦਿਨ ਰਾਮ ਰਹੀਮ ਨੂੰ ਡਿਕਲੇਅਰ ਕਰ ਦੇਗੀ ਵੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਰਾਮ ਰਹੀਮ ਨੇ ਕਿਹਾ, ਸਭ ਤੋਂ ਪਹਿਲਾਂ ਸੰਤ ਗੁਰਮੀਤ ਰਾਮ ਰਹੀਮ ਨੂੰ ਦਾ ਮੈਂ ਵਿਰੋਧ ਕਰਾਂਗਾ ਜੀ। ਉਹਨਾਂ ਨੂੰ ਕੌਂਸਪੀਰੇਸੀ ਰਾਹੀਂ ਬਦਨਾਮ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਨੀਚਾ ਦਿਖਾਇਆ ਜਾ ਰਿਹਾ ਹੈ। ਉਹਨਾਂ ਦੇ ਨਾਲ ਜਿਹੜੇ ਡੇਰਾ ਪ੍ਰੇਮੀ ਨੇ, ਮੈਂ ਘਰ ਦੇ 4 ਜੀ ਆਪਣੇ ਨਾਲ ਨਹੀਂ ਲੈ ਕੇ ਚੱਲ ਸਕਦਾ। ਪਰ 4 ਦਿਨ ਪਹਿਲੇ ਸਤਸੰਗ ਹੋਇਆ, 35 ਲੱਖ ਲੋਕ ਸੀਗੇ। ਮੈਨੇ ਰੱਖਦਾ ਸਰਸਾ 'ਚ ਸਾਧ ਸਤਨਾਮ ਜੀ ਦਾ ਜਨਮ ਦਿਨ ਸੀ, 1 ਕਰੋੜ ਬੰਦਾ ਆਇਆ। ਮੈਨੇ ਰੱਖਦਾ ਹੈ ਤੇ ਜਿਹਦੇ ਪਿੱਛੇ ਨਹੀਂ आवाज़े खलक नकारे खुदा, जो डेमोक्रेसी है उसके अंदर सबसे बड़ा पावर है जनता की। जनता उसके साथ है, इसका मतलब वो निर्दोष हैं। हाई कोर्ट उनको देर सवेर दूध का दूध और पानी का पानी करके इंसाफ देगी। ਜਿਹੜੇ ਸ਼ਖਸ ਪਿੱਛੇ ਰਾਮ ਰਹੀਮ ਪਿੱਛੇ 1 ਕਰੋੜ ਫਾਲੋਅਰ ਹੈ, ਤੁਸੀਂ ਜਿਵੇਂ ਦੱਸ ਰਹੇ ਹੋ ਡੇਰੇ ਦੇ ਵਿੱਚ 1 ਕਰੋੜ ਫਾਲੋਅਰ, ਜ਼ਿਆਦਾ 1 ਕਰੋੜ ਤੋਂ ਜ਼ਿਆਦਾ ਮੰਨਦੇ ਹੋ ਤੁਸੀਂ, ਫਿਰ ਉਹਨੂੰ ਜੇਲ੍ਹਾਂ 'ਚ ਕਿਉਂ ਧੱਕੇ ਖਾਣੇ ਪੈ ਰਹੇ? ਜੇਲ੍ਹਾਂ 'ਚ ਤੇ ਜੇਲ੍ਹ 'ਚ ਧੱਕੇ ਖਾਣਾ ਨਹੀਂ ਤੁਸੀਂ ਕਹਿ ਸਕਦੇ। ਅਪ ਐਂਡ ਡਾਊਨ ਸਾਡੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਤੁਸੀਂ ਉਠਾ ਕੇ ਉਸ ਨੂੰ ਪੜ੍ਹੋ, ਦੇਖੋ। ਬੜੇ ਬੜੇ ਮਹਾਂਪੁਰਸ਼ਾਂ ਨੇ ਜੇਲ੍ਹਾਂ ਕੱਟੀਆਂ ਨੇ, ਬੜੇ ਬੜੇ ਮੁਗਲਾਂ ਨੇ ਨਜਾਇਜ਼ ਕੀਤੀਆਂ ਨੇ, ਤੇ ਜਿਨ੍ਹਾਂ ਨੇ ਨਜਾਇਜ਼ ਕੀਤੀ ਉਹਨਾਂ ਦਾ ਹਾਸ਼ਰ ਦੇਖ ਲਓ। तो जेल किसी को कमज़ोर नहीं कर सकती, सच्चाई परेशान हो सकती है, पराजित नहीं हो सकती जी। मेरा सीधा सवाल है, विदेश चांडल्य राम रहीम को बलात्कारी मानते हैं? देखिए, मैं इसके ऊपर मेरा यही जवाब है। एक पत्थर पड़ा है मेरे आगे, कोमल सिंगला उसको पत्थर मानते हैं, वीरेश चांडल्य उसको भगवान मानते हैं जी। तुसी राम रहीम को भगवान मानते हैं? मैं उसके कामों को भगवान की तरह ही मानता हूँ। तो भगवान जो उसके कामों को नेवर जी, उसके काम को। कोमल सिंगला जी मेरे साथ कोई ऐसी बात कर दें, मैं उनको कहूँगा यार इतनी छोटी उम्र में इतनी बड़ी बात कर दी, यार आपको नमन है यार, क्योंकि आपकी सोच को नमन किया मैंने, आपकी उम्र को नमन नहीं किया। सोच नु तो नमन कर दो राम रहीम दी, सोच को, उसके कामों को नमन करता हूँ जी, करता हूँ, करता रहूँगा जी, बिल्कुल करता रहूँगा। और जो जजमेंट है अब उसकी स्काई न्यूज़ से मेरी अपील है जी, राम रहीम की जजमेंट को किसी दिन लीगल एक्सपर्ट हाई कोर्ट के वकील बिठा के वो सारी जजमेंट एक इंग्लिश का और एक हिंदी का ट्रांसलेटर बिठा लें जी, और वो बताएं कि उनके ऊपर क्या एलिगेशन है। लोग हिल जाएंगे, जजमेंट में उनके ऊपर कोई एलिगेशन नहीं है जी। ये एक पॉलिटिकल लड़ाई थी जिसमें पॉलिटिकल लड़ाई में नीचा दिखाया जाता है। अब पीछे कैप्टन अमरिंदर सिंह को कितना जलील किया जी, कल आपकी परनीत कौर को कांग्रेस से सस्पेंड कर दिया। ये चलता रहता है, एलिगेशन ये वो, ये सरकारों का काम है। मेरा काम तो जी कोमल जी आतंकवाद के खिलाफ बोलना है।
कोई भी दुखी आदमी है मैं उसकी मदद करूंगा, कोई भी आतंकवाद से पीड़ित है मैं उसकी मदद करूंगा, जी। कोई बंदी सिख है जो आतंकवादी ना हो, देशद्रोही ना हो, अगर उसकी सज़ा पूरी होगी तो मैं उसकी मदद करूंगा। जगतार सिंह हवारा कभी बाहर नहीं आ सकता, बाहर आएगा तो सेशन कोर्ट से लेके सुप्रीम कोर्ट तक लड़ाई लड़ेगा मेरा एंटी टेररिस्ट फ्रंट इंडिया। मुझे कोई भय नहीं है इनसे। गुरु गोबिंद सिंह जी का पढ़ाया होया, सिखा हुआ, उनकी सोच पर पहरा देने वाला हूँ, ना मैं डरूँ ना मैं डराऊँ। जी बिल्कुल। ਤਾਂ ਬਹੁਤ ਧੰਨਵਾਦ। ਤੁਸੀਂ ਸੁਣਿਆ ਸਨ ਸਾਡੇ ਨਾਲ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਵੀਰੇਸ਼ ਸ਼ਾਂਡਲਿਆ, ਜਿਨ੍ਹਾਂ ਵੱਲੋਂ ਅੱਜ ਗਵਰਨਰ ਪੰਜਾਬ ਨੂੰ ਜਿਹੜਾ ਹੈਗਾ ਭਾਈ ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਖਿਲਾਫ ਮੰਗ ਪੱਤਰ ਵੀ ਦਿੱਤਾ ਗਿਆ ਤੇ ਨਾਲ ਹੀ ਉਸੇ ਸਮੇਂ ਲਗਭਗ ਇਹਨਾਂ ਦੇ ਦਫ਼ਤਰ ਤੇ ਹਮਲਾ ਹੁੰਦਾ ਅੰਬਾਲੇ ਦੇ ਵਿੱਚ ਤੇ ਇਹਨਾਂ ਦਾ ਅੱਜ ਵੀ ਸਟੈਂਡ ਆਪਣਾ ਕਾਇਮ ਹੈ ਕਿ ਟੈਰਰਿਸਟਾਂ ਦੇ ਖਿਲਾਫ ਜਿਹੜਾ ਹੈਗਾ ਇਹਨਾਂ ਵੱਲੋਂ ਮੁਹਿੰਮ ਵਿੱਢੀ ਗਈ ਹੈ। ਲੰਮੇ ਸਮੇਂ ਤੋਂ ਇਹ ਟੈਰਰਿਸਟਾਂ ਦੇ ਖਿਲਾਫ ਕੰਮ ਕਰ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਕੋਮਲ ਸਿੰਗਲਾ, ਸਕਾਈ ਨਿਊਜ਼ ਪੰਜਾਬ।